ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਪਰਵਾਨ ਗਣੀ ਸਈ ਇਹ ਆਏ ਸਫਲ ਤਿਨਾ ਕੇ ਕਾਮਾ। ਜਨਮ ਮਰਨ ਦੁਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ। ਜੀ ਅਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਆਤਮ ਰਸ ਜਿਹ ਜਾਣਿਆ ਸੇ ਸੂਰੇ ਸੇ ਬੀਰ। ਨਾਨਕ ਧਨ 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 ਜਨ ਆਏ ਤੇ ਪਰਵਾਨ। ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ। संत हमारी ओट सतानी संत हमारा गहना। संत हमारी ओट सतानी संत हमारा गहना। सतनाम श्री वाहिगुरु ਸਾਹਿਬ ਜੀ। ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰ ਹੈ। ਅਨਾਥ ਨਾਥ ਗੋਬਿੰਦ ਹੈ ਬਲਹੀਨ ਬਲ ਕੇਸਵ ਹੈ। ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰ ਹੈ। ਅਨਾਥ ਨਾਥ ਗੋਬਿੰਦ ਹੈ ਬਲਹੀਨ ਬਲ ਕੇਸਵ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੁਗੋ ਜੁਗ ਅਟਲ। ਖੰਡਾਂ ਬ੍ਰਹਮੰਡਾਂ ਦੇ ਮਾਲਕ ਗੁਰਤਾ ਗੱਦੀ ਪਰ ਸਭਾਏ ਮਾਨ। ਗੱਦੀ ਨਸ਼ੀਨ ਸਤਿਗੁਰੂ ਕਲ ਜੋ ਕੇ ਬੋਹਿ ਥਾ ਧਰਤੀ ਨੂੰ ਤੀਰਜ ਬਸ਼ਨਹਾਰ। ਸੁਖਾਂ ਦੇ ਦਾਤੇ ਰਾਜਾਨ ਰਾਜ ਭਾਨਾਨ ਭਾਨ ਦੀਵਾਨ ਦੇਵ ਉਪਮਾ ਮਹਾਨ। ਦਸਾਂ ਹੀ ਪਾਤਸ਼ਾਹਾਂ ਦੇ ਆਤਮ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਆਪ ਜੀਆਂ ਨੇ ਸੋਦਾਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਆਰਤਾ ਅਤੇ ਹੋਰ ਰਸ ਭਿੰਨੜੇ ਸ਼ਬਦਾਂ ਦਾ ਅੰਮ੍ਰਿਤਮਈ ਕੀਰਤਨ ਗੁਰੂ ਘਰ ਦੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸਰਵਣ ਕਰਕੇ ਅਤਿਅੰਤ ਸ੍ਰੇਸ਼ਟ ਲਾਹਾ ਪ੍ਰਾਪਤ ਕੀਤਾ ਹੈ। ਸੋ ਹੁਣ ਗੁਰਮਤਿ ਅਤੇ ਇਸ ਵਿਦਿਆਲੇ ਦੀ ਮਰਿਆਦਾ ਦੇ ਅਨੁਸਾਰ
ਜੋ ਆਪ ਜੀ ਨੂੰ ਪਤਾ ਹੈ ਕਿ ਉਸਤਾਦ ਭਗਤ ਜੀ ਅਤੀ ਸਤਿਕਾਰਯੋਗ ਭਾਈ ਸੁੱਚਾ ਸਿੰਘ ਜੀ ਦੀ ਸਾਧ ਸੰਗਤ ਦੀ ਅੰਤਮ ਅਰਦਾਸ ਨੂੰ ਲੈ ਕਰਕੇ ਜੋ ਪਾਵਨ ਸੰਧਿਆ ਵੇਲੇ ਦੇ ਦੀਵਾਨਾ ਸਮੇਂ ਸ਼ਲੋਕ ਸੰਸਕ੍ਰਿਤੀ ਦੀ ਵਿਚਾਰ ਸਾਧ ਸੰਗਤ ਦੀ ਪ੍ਰਾਰੰਭ ਹੋਈ ਹੈ। ਸੋ ਜਿਸ ਅੰਦਰ ਆਪ ਜੀ ਨੇ 20 ਸ਼ਲੋਕਾਂ ਦੀ ਵਿਚਾਰ ਪਿਛਲੇ ਦੀਵਾਨਾਂ ਅੰਦਰ ਸਾਧ ਸੰਗਤ ਸਰਵਣ ਕਰ ਲਈ ਹੈ। ਅੱਗੇ ਜਿਵੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਜੀ ਦੇ ਤਾਈਂ ਸਰਬੱਤ ਸੰਗਤਾਂ ਦੇ ਭਲੇ ਦੇ ਤਾਈਂ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਦੇ ਹਨ। ਸੋ ਸਾਧ ਸੰਗਤ ਜੀ, ਜਿਸੇ ਇੱਕ ਜੀਵ ਜਦੋਂ ਚੜ੍ਹਾਈ ਕਰ ਜਾਵੇ ਉਸ ਜੀਵ ਦਾ ਸਾਧ ਸੰਗਤ ਜੋ ਮੋਹ ਹੈ ਉਸ ਅਸਥਾਨ ਦੇ ਨਾਲ ਰਹਿ ਜਾਂਦਾ ਹੈ। ਜੀਵ ਦੇ ਸਾਧ ਸੰਗਤ ਜੀ ਅੰਤਮ ਇੱਛਾ ਰਹਿ ਜਾਂਦੀ ਹੈ, ਕੋਈ ਮੋਹ ਰਹਿ ਜਾਂਦਾ ਹੈ ਜੀਵ ਦਾ ਪਰਿਵਾਰ ਦੇ ਨਾਲ, ਪਦਾਰਥਾਂ ਦੇ ਨਾਲ, ਜਿਸ ਕਰਕੇ ਉਸ ਦੀ ਗਤੀ ਨਹੀਂ ਹੁੰਦੀ ਤੇ ਸੰਸਾਰ ਦੇ ਵਿੱਚ ਵਾਰ-ਵਾਰ ਸਾਧ ਸੰਗਤ ਜੀ ਭਟਕਦਾ ਰਹਿੰਦਾ ਹੈ। ਸੋ ਉਹ ਮੋਹ ਨੂੰ ਸਾਧ ਸੰਗਤ ਜੀ ਦੂਰ ਕਰਨ ਵਾਸਤੇ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦਾ ਤੇ ਸਵੇਰੇ ਜੈ ਸ੍ਰੀ ਦੀ ਵਾਰ ਦਾ ਚੜਾਉਣਾ ਇੱਕ ਵਾਰ ਜਾਪ ਹੋਣਾ ਅਤੀ ਜ਼ਰੂਰੀ ਹੈ। ਜੇਕਰ ਕਿਸੇ ਦੀ ਸਮਰੱਥਾ ਹੈ ਤੇ ਉਸ ਸਥਾਨ ਤੇ ਕਥਾ ਵਿਚਾਰ ਵੀ ਜ਼ਰੂਰ ਹੋਵੇ, ਨਹੀਂ ਤਾਂ ਇਕੱਲਾ ਜਾਪ ਵੀ ਸਾਧ ਸੰਗਤ ਜੀ ਉਸ ਸਥਾਨ ਤੇ ਜ਼ਰੂਰ ਹੋਣਾ ਚਾਹੀਦਾ ਹੈ। ਜਾਂ ਜਿੱਥੇ ਸੰਗਤ ਸਾਧ ਸੰਗਤ ਜੀ ਹੋਵੇ ਉੱਥੇ ਫਿਰ ਕਥਾ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਸ ਮ੍ਰਿਤਕ ਪ੍ਰਾਣੀ ਦੇ ਨਿਮਿਤ ਗੁਰਬਾਣੀ ਦੀ ਕਥਾ ਵਿਚਾਰ ਕੀਤੀ ਜਾਵੇ, ਜਿਸ ਕਰਕੇ ਉਸ ਨੂੰ ਇਸ ਕਥਾ ਦਾ ਮਹਾਤਮ ਮਿਲ ਸਕੇ, ਤਾਂ ਕਿ ਜੀਵ ਸਾਧ ਸੰਗਤ ਜੀ ਸੱਚਖੰਡ ਦੀ ਪ੍ਰਾਪਤੀ ਕਰ ਸਕੇ। ਸੋ ਇਸ ਭਾਵਨਾ ਨੂੰ ਲੈ ਕਰਕੇ ਜੋ ਪਾਵਨ ਪਵਿੱਤਰ ਸਾਧ ਸੰਗਤ ਜੀ ਆਪ ਜੀ ਨੇ 20 ਸ਼ਲੋਕਾਂ ਦੀ ਵਿਚਾਰ ਪਿਛੇ ਸਰਵਣ ਕਰ ਲਈ ਹੈ। ਅੱਗੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਸ਼ਲੋਕ ਉਚਾਰਨ ਕਰ ਰਹੇ ਹਨ। ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ ਦੇ ਤਾਈਂ ਆਓ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਧਰੰ ਧਰੰ ਧਾਰਨ ਹੈ, ਨਿਰਧਨੰ ਧਨ ਨਾਮ ਨਰਹਰ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਬਾਬਤ ਸਾਧ ਸੰਗਤ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਦੀ ਸਮਰੱਥਾ ਕਿੰਨੀ ਹੈ। ਉਸ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕੈਸਾ ਹੈ। ਅਧਰੰ ਧਰੰ ਧਾਰਨ ਹੈ। ਉਹ ਵਾਹਿਗੁਰੂ ਪਰਮੇਸ਼ਰ ਆਪ ਅਧਰੰ ਹੈ। ਆ ਤੋਂ ਅਰਥ ਹੁੰਦਾ ਨਾਵਾਚਕ, ਜਿਹੜਾ ਸਾਧ ਸੰਗਤ ਜੀ ਕਿਸੇ ਦੇ ਆਸਰੇ ਤੋਂ ਬਿਨਾਂ ਹੈ, ਉਸ ਨੂੰ ਕਿਸੇ ਧਾਰਨੇ ਦੀ ਸਾਧ ਸੰਗਤ ਦੀ ਲੋੜ ਨਹੀਂ ਹੈ। ਧਰੰ ਨਾਮ ਧਰਤੀ ਦਾ ਹੈ। ਵਾਹਿਗੁਰੂ ਆਪ ਪਰਮੇਸ਼ਰ ਸਾਧ ਸੰਗਤ ਜੀ ਨਿਰਾਧਾਰ ਹੈ, ਉਸ ਨੂੰ ਕਿਸੇ ਦੀ ਆਸਰੇ ਦੀ ਲੋੜ ਨਹੀਂ। ਪਰ ਪਰਮੇਸ਼ਰ ਦੀ ਕਿਰਪਾ ਸਦਕਾ ਜਿਹੜੀ ਧਰੰ ਧਰਤੀ ਹੈ, ਉਸ ਵਾਹਿਗੁਰੂ ਨੇ ਇਸ ਦੀ ਸ਼ਕਤੀ ਵਿੱਚ ਸਾਧ ਸੰਗਤ ਜੀ ਧਰਤੀ ਨੂੰ ਹੀ ਧਾਰਿਆ ਹੋਇਆ ਹੈ। ਨਿਰਧਨੰ ਧਨ ਨਾਮ ਨਰਹਰ ਹੈ। ਸੰਸਾਰ ਦੇ ਵਿੱਚ ਉਹ ਵਾਹਿਗੁਰੂ ਏਡਾ ਦਿਆਲੂ ਹੈ। ਸਾਧ ਸੰਗਤ ਜਿਹੜੇ ਨਿਰਧਨ ਹਨ, ਕੰਗਾਲ ਹਨ। ਅਸਲ ਦੇ ਵਿੱਚ ਕੰਗਾਲ ਕਿਹੜੇ ਆ? ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਰੂਪ ਧਨ ਨਹੀਂ, ਉਹ ਅਸਲ ਦੇ ਵਿੱਚ ਉਹ ਨਿਰਧਨ ਕਹੇ ਜਾਂਦੇ ਆ। ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਵਸਦਾ, ਉਹ ਸਭ ਤੋਂ ਜ਼ਿਆਦਾ ਸੰਸਾਰ ਦੇ ਵਿੱਚ ਗਰੀਬ ਮਨੁੱਖ ਕਹੇ ਗਏ ਹੈ। ਪਹਿਲੇ ਅਰਥਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਅੰਤਰੀ ਭਾਵ ਅੰਦਰ ਅਧਰੰ ਧਰੰ ਧਾਰਨ ਹੈ। ਵਾਹਿਗੁਰੂ ਸੰਸਾਰ ਦੇ ਵਿੱਚ ਉਹਨਾਂ ਦਾ ਵੀ ਆਸਰਾ ਹੈ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਆਸਰਾ ਨਹੀਂ ਬਣਦਾ। ਸੰਸਾਰ ਦੇ ਵਿੱਚ ਉਹ ਵੀ ਜੀਵ ਹਨ ਜਿਨ੍ਹਾਂ ਦਾ ਕੋਈ ਮਾਂ-ਬਾਪ ਨਹੀਂ, ਬਿਲਕੁਲ ਬੇਸਹਾਰੇ ਹਨ, ਯਤੀਮ ਹਨ। ਆ ਧਰੰ ਹਨ ਜਿਨ੍ਹਾਂ ਦਾ ਕੋਈ ਆਸਰਾ ਨਹੀਂ। ਪਰ ਪਰਮੇਸ਼ਰ ਏਡਾ ਦਿਆਲੂ ਹੈ, ਉਹਨਾਂ ਦਾ ਵੀ ਸਾਧ ਸੰਗਤ ਜੀ ਧਰੰ ਕਹਿੰਦੇ ਆਸਰਾ ਬਣਦਾ ਹੈ। ਨਿਰਧਨੰ ਧਨ ਨਾਮ ਨਰਹਰ ਹੈ। ਵਾਹਿਗੁਰੂ ਸਾਰੇ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਹਰਿਆ ਭਰਿਆ ਕਿਵੇਂ ਕਰਦਾ ਹੈ? ਨਿਰਧਨ ਉਹ ਜੀਵ ਜਿਹੜੇ ਬਿਲਕੁਲ ਕੰਗਾਲ ਹੋ ਚੁੱਕੇ ਹਨ, ਜਿਨ੍ਹਾਂ ਦੇ ਕੋਲ ਕੁਝ ਧਨ ਨਹੀਂ, ਪਰ ਪਰਮੇਸ਼ਰ ਵਾਹਿਗੁਰੂ ਚਾਹੇ ਤਾਂ ਕਿਰਪਾ ਕਰਕੇ ਉਹਨਾਂ ਨੂੰ ਨਾਮ ਰੂਪੀ ਧਨ ਦੀ ਬਖਸ਼ਿਸ਼ ਕਰਕੇ ਹਰਿਆ ਭਰਿਆ ਕਰ ਦਿੰਦਾ ਹੈ। ਅਨਾਥ ਨਾਥ ਗੋਬਿੰਦ ਹੈ,
ਬਲਹੀਨ ਬਲ ਕੇਸਵ ਹੈ। ਉਹ ਵਾਹਿਗੁਰੂ ਪਰਮੇਸ਼ਰ ਅਨਾਥਾਂ ਦਾ, ਯਤੀਮਾਂ ਦਾ ਨਾਥ ਮਾਲਕ ਹੈ। ਗੋਬਿੰਦ ਹੈ ਜਿਹੜਾ ਪ੍ਰਿਥਵੀ ਦੀ ਬਿੰਦ ਹੈ, ਰੱਖਿਆ ਕਰਨ ਵਾਲਾ ਹੈ। ਬਲਹੀਨ ਬਲ, ਜਿਨ੍ਹਾਂ ਦੇ ਵਿੱਚ ਕੁਝ ਜ਼ੋਰ ਨਹੀਂ, ਕੁਝ ਕਮਜ਼ੋਰ ਨੇ, ਕੁਝ ਕਿਸੇ ਤਰੀਕੇ ਦੇ ਨਾਲ ਵਿੱਚ ਬਲ ਨਹੀਂ ਹੈ, ਪਰ ਪਰਮੇਸ਼ਰ ਉਹਨਾਂ ਦਾ ਵੀ ਸਹਾਰਾ ਬਣਦਾ ਹੈ, ਉਹਨਾਂ ਦਾ ਵੀ ਸਾਧ ਸੰਗਤ ਜੀ ਬਲ ਬਣਦਾ ਹੈ। ਫਿਰ ਵਾਹਿਗੁਰੂ ਦੀ ਕਿਰਪਾ ਸਦਕਾ ਉਹ ਸੰਸਾਰ ਦੇ ਵਿੱਚ ਹਰ ਕੋਈ ਕਾਰਜ ਕਰ ਲੈਂਦੇ ਨੇ। ਬਲਹੀਨ ਬਲ, ਜਿਹੜੇ ਬਲ ਤੋਂ ਹੀਣੇ ਹਨ, ਉਹਨਾਂ ਦਾ ਪਰਮੇਸ਼ਰ ਬਲ ਬਣਦਾ ਹੈ। ਤੇ ਅੱਗੇ ਪਰਮੇਸ਼ਰ ਦਾ ਸਰੂਪ ਦੱਸਦੇ ਨੇ, ਭਾਈ ਵਾਹਿਗੁਰੂ ਕੈਸਾ ਹੈ। ਫਿਰ ਗੁਰੂ ਸਾਹਿਬ ਨੇ ਕਥਨ ਕੀਤਾ, ਬਲਹੀਨ ਬਲ ਕੇਸਵ ਹੈ। ਉਹ ਵਾਹਿਗੁਰੂ ਪਰਮੇਸ਼ਰ ਕੇਸਾ ਧਾਰੀ ਹੈ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਵੀ ਅਨੇਕਾਂ ਥਾਵਾਂ ਤੇ ਭਗਤ ਜੀ ਉਹਨਾਂ ਨੇ ਵੀ ਸ਼ਬਦ ਵਰਤਿਆ ਹੈ, ਵਾਹਿਗੁਰੂ ਪਰਮੇਸ਼ਰ ਕੇਸਵ ਹੈ। ਨਾਮਾ ਕਹੈ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਜਾਂ ਸੋਹਣੇ ਨੱਕ ਜਿਨ ਲੰਮੜੇ ਵਾਲਾ। ਅਨੇਕਾਂ ਵਾਰ ਗੁਰਬਾਣੀ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਦੇ ਕੇਸਾਂ ਦਾ ਜ਼ਿਕਰ ਆਇਆ ਹੈ ਕਿ ਵਾਹਿਗੁਰੂ ਪਰਮੇਸ਼ਰ ਕੇਸਵ ਹੈ। ਇਸ ਕਰਕੇ ਵਾਹਿਗੁਰੂ ਦਾ ਨਾਮ ਕੇਸਵ ਤਾਂ ਹੀ ਪਿਆ ਕਿ ਜੇਕਰ ਉਹ ਕੇਸਾਧਾਰੀ ਪ੍ਰਮਾਤਮਾ ਹੈ। ਇਹ ਸੋਹਣੇ ਪਰਮਾਤਮਾ ਦੇ ਵੀ ਸਾਧ ਸੰਗਤ ਜੀ ਲੰਮੇ ਕੇਸ ਹਨ। ਇਸ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਹੈ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ, ਉਹ ਵਾਹਿਗੁਰੂ ਜਿਹੜਾ ਕੇਸਾਧਾਰੀ ਪ੍ਰਮਾਤਮਾ ਹੈ, ਉਹ ਸਾਰੇ ਜੀਵਾਂ ਦਾ, ਜਿਨ੍ਹਾਂ ਦੇ ਵਿੱਚ ਬਲ ਨਹੀਂ ਹੈ, ਬਲ ਤੋਂ ਹੀਣੇ ਹਨ, ਉਹਨਾਂ ਦਾ ਬਲ ਬਣਦਾ ਹੈ। ਸਰਬ ਭੂਤ ਦਇਆਲ ਅਚੁੱਤ, ਦੀਨ ਬਾਂਧਵ ਦਾਮੋਦਰ ਹੈ। ਵਾਹਿਗੁਰੂ ਪਰਮੇਸ਼ਰ ਸਰਬ ਨਾਮ, ਸਾਰੇ ਭੂਤ ਨਾਮ ਜੀਵਾਂ ਦਾ, ਸਾਰੇ ਜੀਵਾਂ ਦੇ ਵਿੱਚ ਵਾਹਿਗੁਰੂ ਸਾਧ ਸੰਗਤ ਜੀ ਇੱਕ ਰਸ ਹੋ ਕਰਕੇ ਵਰਤ ਰਿਹਾ ਹੈ। ਜੰਤਰੀ ਭਾਵ ਅੰਦਰ ਭੂਤ ਨਾਮ ਸਮੇਂ ਦਾ ਹੈ। ਤਿੰਨ ਸਮੇਂ ਹਨ, ਭੂਤ ਕਾਲ, ਵਰਤਮਾਨ ਕਾਲ, ਭਵਿੱਖ ਕਾਲ। ਭੂਤਮਾਨ ਤੋਂ ਭਾਵ ਜਿਹੜਾ ਸਮਾਂ ਬੀਤ ਗਿਆ ਹੈ। ਵਰਤਮਾਨ ਜਿਹੜਾ ਸਾਧ ਸੰਗਤ ਜੀ ਹੁਣ ਚੱਲ ਰਿਹਾ ਹੈ। ਭਵਿੱਖਤ ਕਾਲ ਜਿਹੜਾ ਅਗਾਂਹ ਆਉਣਾ ਹੈ। ਉਹ ਵਾਹਿਗੁਰੂ ਪਰਮੇਸ਼ਰ ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਵੀ ਸਾਧ ਸੰਗਤ ਜੀ ਦਿਆਲੂ ਹੈ, ਦਿਆਲਤਾ ਕਰਨ ਵਾਲਾ ਜੀਵਾਂ ਦੇ ਉੱਪਰ। ਅਚੁੱਤ ਨਾਮ ਅਗਿੜ ਸਰੂਪ ਦਾ ਹੈ ਕਿ ਜਿਹੜਾ ਪਰਮੇਸ਼ਰ ਅਟਲ ਹੈ, ਅਗਿੜ ਸਰੂਪ ਹੈ, ਅਜਨਮਾ ਹੈ, ਕਿ ਕਿਸੇ ਦੀ ਕੁੱਖ ਤੋਂ ਜਨਮ ਲੈਣ ਵਾਲਾ ਨਹੀਂ ਹੈ। ਸਹਿ ਪੰਗ ਸੁਤੇ ਸਿਧ ਪ੍ਰਕਾਸ਼ਮਾਨ ਹੈ। ਦੀਨ ਬਾਂਧਵ, ਦੀਨ ਨਾਮ ਗਰੀਬਾਂ ਦਾ ਹੈ ਕਿ ਜਿਹੜੇ ਸੰਸਾਰ ਦੇ ਵਿੱਚ ਗਰੀਬ ਹਨ, ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਬਾਂਧਵ ਕੀ ਰਿਸ਼ਤੇਦਾਰ ਹੈ, ਉਹਨਾਂ ਦਾ ਵੀ ਸਖਾ ਸਹਾਈ ਹੈ। ਦਾਮੋਦਰ ਨਾਮ ਵੀ ਪਰਮੇਸ਼ਰ ਦਾ ਕਥਨ ਕੀਤਾ ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਜਿਹੜਾ ਭਗਤਾਂ ਰੂਪੀ, ਭਗਤਾਂ ਦੇ ਕੋਲੋਂ ਪ੍ਰੀਤ ਰੂਪੀ ਰੱਸੀ ਦੇ ਨਾਲ ਆਪਣਾ ਪੇਟ ਬਣਵਾ ਲਵੇ, ਉਸ ਪਰਮੇਸ਼ਰ ਦਾ ਨਾਮ ਦਾਮੋਦਰ ਹੈ। ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਗੁਰਸਿੱਖਾਂ ਨੇ ਇੱਕ ਵਾਰ ਸਾਧ ਸੰਗਤ ਜੀ ਤਨਖਾਹ ਲਗਾ ਦੇਣਾ ਕੀਤੀ ਸੀ ਨਾ, ਇਸ ਕਰਕੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਦਾਮੋਦਰ ਹਨ। ਆਪਣੇ ਗੁਰਸਿੱਖਾਂ ਦੇ ਪਾਸੋਂ ਵੀ ਤਨਖਾਹ ਲਵਾ ਰਹੇ ਨੇ ਸਾਧ ਸੰਗਤ ਜੀ। ਇਸ ਤਰੀਕੇ ਦੇ ਨਾਲ ਉਹ ਦਾਦੂ ਦੁਆਰੇ ਦੀ ਸਾਖੀ ਆਪ ਜੀ ਸਰਬੱਤ ਸਿੰਘਾਂ ਨੂੰ ਪਤਾ ਹੋਣੀ ਹੈ। ਇਸ ਕਰਕੇ ਜੋ ਅਕਾਲ ਪੁਰਖ ਪਰਮੇਸ਼ਰ ਵਿੱਚ ਬੇਅੰਤ ਗੁਣ ਹਨ, ਦੀਨਾਂ ਦਾ ਬੰਧੂ ਹੈ, ਦਾਮੋਦਰ ਹੈ, ਆਪਣੇ ਭਗਤਾਂ ਦੇ ਨਾਲ ਪਿਆਰ ਕਰਨ ਵਾਲਾ ਹੈ, ਦਿਆਲਤਾ ਕਰਨ ਵਾਲਾ ਹੈ, ਗਿੜ ਸਰੂਪ ਹੈ, ਤੇ ਸਾਰੇ ਜੀਵਾਂ ਵਿੱਚ ਤੇ ਤਿੰਨਾਂ ਸਮਿਆਂ ਦੇ ਵਿੱਚ ਵਿਆਪਕ ਸਰੂਪ ਹੈ। ਸਰਬੱਗ ਪੂਰਨ ਪੁਰਖ ਭਗਵਾਨ ਹੈ, ਭਗਤ ਵਸ਼ਲ ਕਰੁਣਾ ਮਇਆ ਹੈ। ਸਰਬ ਗਿਆਤਾ ਹੈ, ਪੂਰਨ ਹੈ, ਪੁਰਖ ਜੋ ਪੂਰ ਪਰਮੇਸ਼ਰ ਸਾਧ ਸੰਗਤ ਜੀ ਪੁਰਖ ਸਰੂਪ ਹੈ, ਪੁਰਸ਼ਾਰਥ ਨੂੰ ਦੇਣੇ ਵਾਲਾ ਹੈ, ਪਰੀਆਂ ਨੂੰ ਖੈ ਕਰਨ ਵਾਲਾ ਹੈ, ਪੋਹ ਆਦਿਕ ਨਰਕਾਂ ਦੇ ਵਿੱਚੋਂ ਰੱਖਣ ਵਾਲਾ ਹੈ, ਖਟ ਭਗਾ ਸੰਪੰਨ ਹੈ, ਤੇ ਭਗਤ ਵਸ਼ਲ ਕਰੁਣਾਮय ਹੈ। ਭਗਤਾਂ ਦਾ ਸਾਧ ਸੰਗਤ ਜੀ ਵਸ਼ਲ ਕੀ ਪਿਆਰਾ ਹੈ, ਤੇ ਕਰੁਣਾ ਸਾਧ ਸੰਗਤ ਜੀ ਦਿਆਲਤਾ ਕਰਨ ਵਾਲਾ ਹੈ ਜੀ। ਘਟ ਘਟ ਬਸੰਤ ਵਾਸਦੇਵ ਹੈ, ਪਾਰ ਬ੍ਰਹਮ ਪਰਮੇਸ਼ਰ ਹੈ। ਜਿਹੜਾ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਬਸੰਤ ਵਸਿਆ ਹੋਇਆ ਹੈ, ਜਾਂ ਘਾਟ ਘਾਟ ਬਸੰਤ ਵਾਸਦੇਵ ਹੈ, ਉਸ ਵਾਹਿਗੁਰੂ ਦਾ ਘਟਾਂ ਘਟਾਂ ਦੇ ਵਿੱਚ ਹਰੇਕ ਸਰੀਰਾਂ ਦੇ ਵਿੱਚ ਵਾਸਾ ਹੈ। ਪਾਰ ਬ੍ਰਹਮ ਸਾਧ ਸੰਗਤ ਜਿਹੜਾ ਪਾਪਾ ਪੰਨਾ ਤੋਂ ਪਰੇ ਹੈ, ਪਰਮ ਈਸ਼ਰ, ਪਰਮ ਨਾਮ ਵੱਡੇ ਦਾ, ਈਸ਼ਵਰ ਨਾਮ ਜਿਹੜੇ ਪੰਜ ਈਸ਼ਵਰ ਮੰਨੇ ਗਏ ਹਨ, ਸੂਰਜ, ਚੰਦਰਮਾ, ਅਗਨੀ ਇਤਿਆਦਿ, ਕਿਸੇ ਤਰੀਕੇ ਦੇ ਨਾਲ ਵਿਸ਼ਨੂੰ ਤੇ ਬ੍ਰਹਮਾ ਇਤਿਆਦਿ।
ਇਹਨਾਂ ਪੰਜਾਂ ਈਸ਼ਵਰਾਂ ਤੋਂ ਵੀ ਅਕਾਲ ਪੁਰਖ ਪਰਮੇਸ਼ਰ ਸਾਧ ਸੰਗਤ ਜੀ ਵੱਡਾ ਹੈ। ਇਸ ਕਰਕੇ ਪਰਮ ਈਸ਼ਵਰ ਕਹਿੰਦੇ ਹੈ। ਪਰਮੇਸ਼ਰ ਸਾਰੇ ਈਸ਼ਵਰਾਂ ਤੋਂ ਵੱਡਾ, ਪਾਪਾ ਪੁੰਨਾਂ ਤੋਂ ਪਰੇ, ਬ੍ਰਹਮ ਵਿਆਪਕ ਸਰੂਪ, ਸਾਰੇ ਜੀਵਾਂ ਨੂੰ ਸਾਧ ਸੰਗਤ ਜੀ ਆਪਣੇ ਚਰਨਾਂ ਦੇ ਜਿਹੜਾ ਵਾਸਾ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ ਜੀ। ਜਾਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਾਰਾਇਣ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ ਕਿ ਭਾਈ ਜੇਕਰ ਕਿਸੇ ਕੋਲੋਂ ਮੰਗਣਾ ਹੈ ਨਾ, ਉਸ ਵਿੱਚ ਭਾਈ ਬੇਅੰਤ ਗੁਣ ਹੋਣੇ ਚਾਹੀਦੀ ਹੈ। ਤੇ ਇੰਨੇ ਗੁਣਾਂ ਵਾਲਾ ਕੌਣ ਹੈ? ਵਾਹਿਗੁਰੂ ਪਰਮੇਸ਼ਰ ਇੱਕ ਹੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਭਾਈ ਜਾਚੰਤ ਨਾਨਕ ਨਾਮ ਦੇ ਮੋਹ ਲਗਾ ਕਰਕੇ ਜਾਚੰਤ ਅਸੀਂ ਮੰਗਦੇ ਹਾਂ ਕਿਰਪਾਲ ਪ੍ਰਸਾਦੰ, ਜਿਹੜਾ ਸਾਧ ਸੰਗਤ ਜੀ ਕਿਰਪਾਲੂ ਹੈ। ਤੇ ਪ੍ਰਸਾਦੰ ਦਾ ਅਰਥ ਹੁੰਦਾ ਜਿਹੜਾ ਆਨੰਦ ਸਰੂਪ ਹੈ। ਦੂਸਰੇ ਅਰਥਾਂ ਦੇ ਵਿੱਚ ਕਰ ਲਈਏ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਇੰਨੀ ਕਿਰਪਾ ਕਰਨ ਵਾਲਾ ਹੈ, ਉਸ ਦੀ ਸਾਧ ਸੰਗਤ ਜੀ ਅਸੀਂ ਸਿਰਫ ਕਿਰਪਾ ਮੰਗਦੇ ਹਾਂ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਕਰ ਦੇ। ਪਹਿਲਾ ਅਰਥ ਪ੍ਰਸਾਦ ਦਾ ਕਰਨਾ ਹੈ, ਆਨੰਦ ਸਰੂਪ। ਦੂਜਾ ਅਰਥ ਪ੍ਰਸਾਦ ਦਾ ਕਰ ਲਈਏ ਸਾਧ ਸੰਗਤ ਜਿਹੜਾ ਵਾਹਿਗੁਰੂ ਕਿਰਪਾ ਕਰਨ ਵਾਲਾ ਹੈ। ਜਿੱਦਾਂ ਮੂਲ ਮੰਤਰ ਵਿੱਚ ਆਪ ਜੀ ਕਥਨ ਕਰਦੇ ਹੋ ਨਾ, ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰਾ ਜਿਹੜਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਉਸ ਵਾਹਿਗੁਰੂ ਦੀ ਸਿਰਫ ਅਸੀਂ ਕਿਰਪਾ ਮੰਗਦੇ ਹਾਂ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਕਰ ਦੇਵੇ। ਕਿਹੜੀ ਕਿਰਪਾ? ਨਹਿ ਬਿਸਰੰਤ, ਕਿ ਵਾਹਿਗੁਰੂ ਸਾਨੂੰ ਤੂੰ ਕਦੇ ਨਾ ਭੁੱਲੇ। ਨਹਿ ਬਿਸਰੰਤ, ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਤੂੰ ਸਾਨੂੰ ਨਾ ਭੁੱਲਣਾ ਕਰੇ। ਨਾਰਾਇਣ ਹੈ, ਜਿਹੜਾ ਸਾਰੇ ਸਾਧ ਸੰਗਤ ਜੀ ਮਨੁੱਖਾਂ ਦੇ ਵਿੱਚ ਆਇਆ ਹੋਇਆ ਹੈ, ਸਾਰੇ ਨਰਾਂ ਦੇ ਵਿੱਚ ਆਇਆ ਹੋਣ ਕਰਕੇ ਉਸ ਪਰਮੇਸ਼ਰ ਦਾ ਨਾਮ ਨਾਰਾਇਣ ਕਥਨ ਕੀਤਾ ਹੈ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖ ਉਤਮੰ। ਬੇਨਤੀ ਰੂ ਬਚਨ ਕਰਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਵਿੱਚ ਕੁਝ ਵੀ ਸਮਰਥਾ ਨਹੀਂ। ਨਹਿ ਸਮਰਥੰ, ਸਾਡੀ ਮਹਾਰਾਜ ਕੋਈ ਇੰਨੀ ਸਮਰਥਾ ਨਹੀਂ ਹੈ। ਨਹਿ ਸੇਵਕੰ, ਨਾ ਹੀ ਸਾਡੇ ਹਿਰਦੇ ਵਿੱਚ ਉਹ ਦਾਸਾ ਭਾਵ ਭਗਤੀ ਹੈ, ਨਾ ਅਸੀਂ ਤੇਰੇ ਏਡੇ ਵੱਡੇ ਸੇਵਕ ਹੀ ਹਾਂ। ਨਹਿ ਪ੍ਰੀਤ, ਨਾ ਸਾਡੇ ਹਿਰਦੇ ਵਿੱਚ ਮਹਾਰਾਜ ਇੰਨੀ ਗਾੜੀ ਪ੍ਰੀਤੀ ਹੈ। ਪਰਮ ਪੁਰਖੋਤਮੰ, ਆਪ ਜੀ ਪਰਮ ਵੱਡੇ ਹੋ, ਸਾਰੇ ਪੁਰਸ਼ਾਂ ਦੇ ਚੋਂ ਉੱਤਮ ਪੁਰਸ਼ ਹੋ। ਤਾਉ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਸਿਰਫ ਮਹਾਰਾਜ ਤੁਹਾਡੀ ਪ੍ਰਸਾਦ ਕਿਰਪਾ ਦੁਆਰਾ ਤੁਹਾਡਾ ਨਾਮ ਜਪਦੇ ਆ। ਨਾਨਕ ਕਿਰਪਾਲ ਹਰ ਹਰ ਗੁਰੰ, ਸਾਡੇ ਤੇ ਮਹਾਰਾਜ ਜੀ ਇੰਨੀ ਕਿਰਪਾ ਕਰਦੇ ਰਹਿਣਾ ਕਿ ਪਰਮੇਸ਼ਰ ਦਾ ਤੁਹਾਡਾ ਨਾਮ ਜਪਦੇ ਰਹੀਏ। ਹੋਰ ਸਾਡੇ ਵਿੱਚ ਮਹਾਰਾਜ ਜੀ ਕਿਸੇ ਤਰੀਕੇ ਦੇ ਨਾਲ ਕੋਈ ਸਮਰੱਥਾ ਨਹੀਂ ਹੈ। ਨਾਨਕ ਕਿਰਪਾਲ ਹਰ ਹਰ ਗੁਰੰ, ਗੁਰੰ ਦਾ ਅਰਥ ਹੁੰਦਾ ਵੱਡਾ, ਕਿ ਜੋ ਅਕਾਲ ਪੁਰਖ ਪਰਮੇਸ਼ਰ ਸਭ ਤੋਂ ਵੱਡਾ ਹੈ। ਹਰ ਹਰੇਕ ਵਿੱਚ, ਹਰ ਸਾਧ ਸੰਗਤ ਜੀ ਸਾਰਿਆਂ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਤੇ ਹਰੇਕ ਨੂੰ ਹਿਰਦੇ ਵਿੱਚ ਆਇਆ ਹੋਇਆ, ਹਰੇਕ ਦੇ ਹਿਰਦੇ ਵਿੱਚ ਆਇਆ ਹੋਣ ਕਰਕੇ ਵਾਹਿਗੁਰੂ ਸਾਧ ਸੰਗਤ ਜੀ ਪਰਮੇਸ਼ਰ ਵਿੱਚ ਇੰਨੇ ਬੇਅੰਤ ਗੁਣ ਹਨ। ਇਸ ਕਰਕੇ ਵਾਹਿਗੁਰੂ ਵੀ ਅਰਦਾਸ ਕਰਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਭਰਨ ਪੋਖਨ ਕਰੰਤ ਜੀਆ ਵਿਸਰਾਮ ਸਾਧਨ ਦੇਵੰਤ ਦਾਨੰ। ਉਸ ਪਰਮੇਸ਼ਰ ਦਾ ਸਰੂਪ ਕਥਨ ਕਰਦੇ ਹਨ ਵਾਹਿਗੁਰੂ ਸਾਧ ਸੰਗਤ ਜੀਵਾਂ ਤੇ ਕਿੰਨੀ ਕਿਰਪਾ ਕਰ ਰਿਹਾ ਹੈ। ਭਰਨ ਪੋਖਣ, ਸਾਰੇ ਜੀਵਾਂ ਦਾ ਪੇਟ ਭਰ ਕਰਕੇ, ਫਿਰ ਪੋਖਣ ਕਹੀਏ ਪਾਲਣਾ ਕਰ ਰਹੇ ਆ, ਸਾਰੇ ਜੀਵਾਂ ਦੀ ਪਾਲਣਾ ਕਰ ਰਹੇ ਆ। ਕਰੰਤ ਜੀਆ, ਜਿੰਨੇ ਵੀ ਧਰਤੀ ਤੇ ਜੀਵ ਹਨ। ਵਿਸਰਾਮ ਸਾਧਨ, ਸਾਰਿਆਂ ਜੀਵਾਂ ਨੂੰ ਰਹਿਣ ਵਾਸਤੇ ਪਰਮੇਸ਼ਰ ਨੇ ਧਰਤੀ ਬਖਸ਼ੀ ਹੈ, ਥਾਂ ਬਖਸ਼ੀ ਹੈ। ਫਿਰ ਸਾਰਿਆਂ ਜੀਵਾਂ ਨੂੰ ਪਹਿਨਣ ਵਾਸਤੇ ਸਾਧ ਸੰਗਤ ਜੀ ਕੱਪੜੇ ਦੇਣਾ ਕੀਤੇ ਨੇ। ਵਿਸਰਾਮ ਸਾਧਨ, ਸਾਧਨ ਦਾ ਅਰਥ ਹੁੰਦਾ ਕੱਪੜੇ। ਦੇਵੰਤ ਦਾਨੰ, ਇਹਨਾਂ ਦਾਨ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦੇਣਾ ਕੀਤਾ ਹੈ। ਰਹਿਣ ਵਾਸਤੇ ਧਰਤੀ ਦਿੱਤੀ ਹੈ, ਪਹਿਨਣ ਵਾਸਤੇ ਕੱਪੜੇ ਦਿੱਤੇ ਨੇ, ਪਾਲਣ ਪੋਸ਼ਣ ਆਪਣੇ ਸਰੀਰ ਦੀ ਕਰਨ ਵਾਸਤੇ ਸਾਨੂੰ ਪਰਮੇਸ਼ਰ ਨੇ ਭੋਜਨ ਦਿੱਤਾ ਹੈ। ਇਹ ਮੰਨ ਲਓ ਸੰਸਾਰ ਦਾ ਕੋਈ ਜੀਵ ਨਹੀਂ ਦੇ ਰਿਹਾ, ਇਹ ਸਾਨੂੰ ਅਕਾਲ ਪੁਰਖ ਪਰਮੇਸ਼ਰ ਦੇ ਰਿਹਾ ਹੈ। ਏਡਾ ਵੱਡਾ ਦਾਨ, ਜਿਸ ਦੇ ਦਾਨ ਦਾ ਦਿੱਤਾ ਹੋਇਆ ਸਾਧ ਸੰਗਤ ਜੀ ਆਪਾਂ ਛਕ ਰਹੇ ਹਾਂ, ਆਪਾਂ ਪਹਿਨਦੇ ਹਾਂ, ਆਪਾਂ ਸੰਸਾਰ ਦੇ ਵਿੱਚ ਚੱਲਦੇ ਫਿਰਦੇ ਹਾਂ। ਵਾਹਿਗੁਰੂ ਪਰਮੇਸ਼ਰ ਦਾ ਸਭ ਤੋਂ ਵੱਡਾ ਦਿੱਤਾ ਹੋਇਆ ਇਹ ਦਾਨ ਹੈ। ਸ੍ਰਿਜੰਤ ਰਤਨ ਜਨਮ ਚਤੁਰ ਚੇਤਨ ਹੈ। ਸਾਧ ਸੰਗਤ ਜੀ ਹੋਰ ਸਾਡੇ ਤੇ ਇੰਨੀ ਵੱਡੀ ਕਿਰਪਾ ਵਾਹਿਗੁਰੂ ਨੇ ਕਰਨਾ ਕੀਤੀ ਹੈ। ਸਿਰਜੰਤ ਰਤਨ, ਰਤਨਾਂ ਦੀ ਨਿਆਈ ਸਾਧ ਸੰਗਤ ਜਿਹੜਾ ਸਾਡਾ ਮਨੁੱਖਾ ਜਨਮ ਹੈ, ਇਹ ਪਰਮੇਸ਼ਰ ਨੇ ਸਾਨੂੰ ਸਿਰਜਣਾ ਕੀਤਾ ਹੈ, ਸਾਨੂੰ ਦੇਣਾ ਕੀਤਾ ਹੈ। ਚਤੁਰ ਚੇਤਨ ਹੈ, ਚਤੁਰ ਕੀ ਚਲਾਕ ਹੈ, ਸਿਆਣਾ ਹੈ। ਸਿਰਫ ਇਹ ਕੇਵਲ ਮਨੁੱਖਾ ਜਨਮ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਚੇਤ ਸਕਦਾ ਹੈ।
ਚਿੱਤ ਕੋ ਚਿਤ ਚੇਤਤ ਚਿੱਤ ਭਇਓ। ਇਸ ਤਰੀਕੇ ਦੇ ਨਾਲ ਵਿਦਵਾਨਾਂ ਦਾ ਬਚਨ ਹੈ ਕਿ ਜਿਹੜਾ ਮਨੁੱਖ ਆਪਣੇ ਚਿੱਤ ਵਿੱਚ ਪਰਮੇਸ਼ਰ ਦਾ ਚਿੰਤਨ ਕਰਕੇ ਉਸ ਵਾਹਿਗੁਰੂ ਦਾ ਸਰੂਪ ਹੋ ਜਾਂਦਾ ਹੈ। ਇਹ ਸਿਰਫ ਮਨੁੱਖਾ ਦੇਹ ਵਿੱਚ ਹੀ ਖਾਸੀਅਤ ਹੈ ਕਿ ਜਿਹੜਾ ਪਰਮੇਸ਼ਰ ਦਾ ਸਰੂਪ ਹੋਣ ਦੀ ਸਮਰੱਥਾ ਰੱਖਦਾ ਹੈ, ਵਾਹਿਗੁਰੂ ਦਾ ਨਾਮ ਧਿਆ ਕਰਕੇ ਤੇ ਉਸ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਜਿਹੜਾ ਗੁਣ ਹੈ ਸਿਰਫ ਪਰਮੇਸ਼ਰ ਨੇ ਮਨੁੱਖਾਂ ਨੂੰ, ਦੇਹੀ ਨੂੰ ਬਖਸ਼ ਕੀਤਾ ਹੈ। ਤਾਂ ਕਰਕੇ ਸਾਰਿਆਂ ਦੇ ਵਿੱਚੋਂ, ਸਾਰੀਆਂ ਦੁਨੀਆਂ ਦੇ ਵਿੱਚੋਂ ਕੇਵਲ ਮਨੁੱਖ ਨੂੰ ਸਾਧ ਸੰਗਤ ਦੀ ਸ਼੍ਰੇਸ਼ਟ ਮੰਨਿਆ ਗਿਆ ਹੈ ਕਿ ਇਹ ਸਿਆਣਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ, ਜਿਹੜਾ ਰਤਨਾਂ ਦੀ ਦਈ ਮਨੁੱਖ ਨੂੰ ਜਨਮ ਦੇਣਾ ਕੀਤਾ ਹੈ, ਚਤੁਰ ਸਿਆਣਾ ਹੈ। ਕਿਉਂ ਕਿ ਭਾਵ ਉਸ ਵਾਹਿਗੁਰੂ ਨੂੰ ਚੇਤਨ ਕਰ ਸਕਦਾ ਹੈ ਜੀ। ਵਰਤੰਤ ਸੁਖ ਆਨੰਦ ਪ੍ਰਸਾਦ ਹੈ। ਆਨੰਦ ਸਰੂਪ ਪ੍ਰਸਾਦ ਹੈ। ਪਰਮੇਸ਼ਰ ਦੀ ਕਿਰਪਾ ਦਾ ਸਾਧ ਸੰਗਤ ਜੀ ਪਾਤਰ ਬਣਦਾ ਹੈ। ਜਾਂ ਵਾਹਿਗੁਰੂ ਆਨੰਦ ਸਰੂਪ ਪਰਮੇਸ਼ਰ ਦੀ ਕਿਰਪਾ ਕਰਕੇ ਹਮੇਸ਼ਾ ਸੁੱਖਾਂ ਦੇ ਵਿੱਚ ਵਰਤ ਰਿਹਾ ਹੈ ਜੀਵ। ਸਿਮਰੰਤ ਨਾਨਕ ਹਰ ਹਰ ਹਰੇ। ਇਸ ਕਰਕੇ ਹੀ ਜੀਵ ਮਨ ਬਾਣੀ ਸਰੀਰ ਕਰਕੇ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ, ਹਰ ਜਿਹੜਾ ਹਰੇਕ ਵਿੱਚ ਆਇਆ ਹੋਇਆ ਹੈ, ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰ। ਅਨਿਤ ਰਚਨਾ ਨਿਰਮੋਹ ਤੇ। ਇਹ ਜਾਣਨਾ ਕਰ ਕੇ ਭਾਈ ਜਿੰਨੀ ਸੰਸਾਰ ਦੀ ਰਚਨਾ ਹੈ ਇਹ ਅਨਿਤ ਹੈ, ਨਾ ਰਹਿਣ ਵਾਲੀ ਹੈ ਤੇ ਮੋਹ ਤੋਂ ਰਹਿਤ ਹੈ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ। ਦਾਨੰ ਪ੍ਰਾਪੂਰ ਬੇਨ ਪੁੰਚੰਤੇ ਮਹੀਪਤੇ। ਫਿਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਬਖਸ਼ ਕਰੋ, ਦੱਸਣਾ ਕਰੋ ਕਿ ਜਿਹੜੇ ਸੰਸਾਰ ਦੇ ਕਈ ਸਾਧ ਸੰਗਤ ਜੀ ਪਾਪ ਕਰਮ ਵੀ ਕਰਦੇ ਨੇ, ਰਾਜੇ ਵੀ ਨੇ, ਤੇ ਫਿਰ ਮਹਾਰਾਜ ਉਹਨਾਂ ਨੂੰ ਇੰਨੇ ਸੁੱਖ ਵੀ ਦੇਣਾ ਕੀਤੇ ਆ, ਧਰਤੀ ਦੇ ਰਾਜੇ ਬਣਾਇਆ, ਪਰ ਹੈ ਬੜੇ ਏਡੇ ਵੱਡੇ ਪਾਪੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਭਾਈ ਉਹ ਇਸ ਕਰਕੇ ਰਾਜੇ ਬਣੇ ਨੇ ਧਰਤੀ ਤੇ ਕਿ ਦਾਨੰ ਪਰਾ ਪੂਰਬੇਣ, ਪਰਾ ਨਾ ਮੁੜਲੇ, ਉਤਕ੍ਰਿਸ਼ਟ ਪੂਰਬਲੇ। ਪਿਛਲੇ ਸਾਧ ਸੰਗਤ ਜੀ ਜਨਮ ਦੇ ਕੀਤੇ ਹੋਏ ਦਾਨੰ, ਦਾਨਾਂ ਦੇ ਕਰਕੇ, ਦਾਨ ਕਰਮ ਕਰਨੇ ਕਰਕੇ, ਪੁੰਨਾ ਕਰਕੇ ਉਹ ਧਰਤੀ ਦੇ ਪਹੁੰਚੰਤੇ ਨਾਮ ਸਾਧ ਸੰਗਤ ਜੀ ਭੂਮੀ ਦਾ ਹੈ, ਧਰਤੀ ਦਾ। ਮਹੀ ਨਾਮ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਕਿ ਧਰਤੀ ਤੇ ਪਤੇ, ਮਹੀ ਦੇ ਧਰਤੀ ਤੇ ਪਤੀ ਕੌਣ ਹੋਏ? ਰਾਜੇ। ਸੰਸਾਰ ਦੇ ਵਿੱਚੋਂ ਫਿਰ ਰਾਜੇ ਬਣਦੇ ਆ। ਇੱਥੇ ਮਹਾਂਪੁਰਖਾਂ ਨੇ ਸਾਖੀ ਵੀ ਦਰਸਾਈ ਅਕਬਰ ਬਾਦਸ਼ਾਹ ਦੀ, ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਕੁਰੂਕਸ਼ੇਤਰ ਦਾ ਸਾਧ ਸੰਗਤ ਜਿਹੜਾ ਜੱਗ ਲੱਗਾ ਸੀ ਉਸ ਵੇਲੇ, ਤੇ ਅਕਬਰ ਬਾਦਸ਼ਾਹ ਸਾਧ ਸੰਗਤ ਜੀ ਪਿਛਲੇ ਜਨਮ ਵਿੱਚ ਘਾਹੀ ਸੀ। ਇਸ ਨੇ ਆਪਣੇ ਦਰਬਾਰ ਵਿੱਚ ਜੋਤਿਸ਼ ਨੂੰ ਪੁੱਛਿਆ ਕਿ ਮੈਂ ਰਾਜਾ ਕਿਉਂ ਬਣਿਆ? ਉਹ ਜੋਤਿਸ਼ ਨੇ ਦੱਸਿਆ ਕਿ ਇਹ ਰਾਜਨ ਤੂੰ ਪਿਛਲੇ ਜਨਮ ਵਿੱਚ ਘਾਈ ਸੀ ਤੇ ਕੁਰੂਕਸ਼ੇਤਰ ਦੀ ਧਰਤੀ ਦੇ ਦਾਨ ਹੋ ਰਿਹਾ ਸੀ। ਦਾਨ ਕਰਨ ਦਾ ਬੜਾ ਮਹਾਤਮ ਸੀ, ਸਾਰੇ ਲੋਕ ਉਸ ਵੇਲੇ ਦਾਨ ਕਰ ਰਹੇ ਸਨ। ਤੇਰੇ ਪਾਸ ਸਿਰਫ ਇੱਕ ਸਾਧ ਸੰਗਤ ਜੀ ਤੰਗੜੀ ਸੀ ਤੇ ਇੱਕ ਰੰਬਾ ਸੀ। ਤੇ ਉਸ ਵੇਲੇ ਇਸਨੇ ਸੋਚਿਆ ਕਿ ਮੇਰੇ ਕੋਲ ਵੀ ਕੁਝ ਮੇਰੇ ਕੋਲ ਤਾਂ ਸਿਰਫ ਇਹੋ ਕੁਝ ਹੀ ਹੈ। ਸਰਬੰਸ ਦਾਨ ਹੁੰਦਾ ਜਿਹੜਾ ਆਪਣਾ ਸਾਰਾ ਕੁਝ ਵਾਰ ਦੇਵੇ, ਸਾਰਾ ਕੁਝ ਦੇ ਦੇਵੇ। ਉਸ ਵੇਲੇ ਉੱਥੇ ਇੱਕ ਸਾਧ ਸੰਗਤ ਜੀ ਬ੍ਰਾਹਮਣ ਮਿਲਿਆ ਜਿਸ ਦੀ ਗਊ ਕੋਲ ਸੀ। ਗਊ ਬੜੀ ਭੁੱਖੀ, ਤੇ ਬ੍ਰਾਹਮਣ ਜਾਣ ਕਰਕੇ ਸਾਧ ਸੰਗਤ ਜੀ ਘਾਹੀ ਨੇ ਪੁੱਛਿਆ, ਭਾਵ ਅਕਬਰ ਬਾਦਸ਼ਾਹ ਜਿਹੜਾ ਸੀ ਪਿਛਲੇ ਜਨਮ ਵਿੱਚ, ਕਿ ਬ੍ਰਾਹਮਣ ਜੀ ਮੈਂ ਜੇਕਰ ਤੁਹਾਨੂੰ ਇਹ ਘਾਹ ਦੀ ਪੰਡ ਦਿਆਂ, ਰੰਬਾ ਦੇਵਾਂ, ਆਪ ਜੀ ਸਵੀਕਾਰ ਕਰੋਗੇ? ਕਹਿੰਦਾ ਜ਼ਰੂਰ, ਮੇਰੀ ਗਾਂ ਭੁੱਖੀ ਹੈ, ਮੈਨੂੰ ਦਾਨ ਦੀ ਲੋੜ ਹੈ। ਉਸ ਵੇਲੇ ਸਾਧ ਸੰਗਤ ਜੀ ਉਸ ਘਾਹੀ ਨੇ ਬ੍ਰਾਹਮਣ ਨੂੰ ਸਾਧ ਸੰਗਤ ਜੀ ਇਹ ਜਿਹੜਾ ਦਾਨ ਦਿੱਤਾ, ਉਸੇ ਕੀਤੇ ਹੋਏ ਦਾਨ ਦਾ ਇਸ ਨੂੰ ਫਲ ਮਿਲਿਆ ਤੇ ਅਗਲੇ ਜਨਮ ਦੇ ਵਿੱਚ ਸਾਧ ਸੰਗਤ ਜੀ ਰਾਜਾ ਬਣਿਆ। ਫਿਰ ਇਸਨੇ ਪੁੱਛਿਆ ਕਿ ਮੈਂ ਹਿੰਦੂ ਤੀਰਥਾਂ ਦੇ ਉੱਪਰ ਮੈਂ ਦਾਨ ਕੀਤਾ ਹੈ, ਮੈਨੂੰ ਹਿੰਦੂ ਬਣਨਾ ਚਾਹੀਦਾ ਸੀ, ਮੈਂ ਮੁਸਲਮਾਨ ਕਿਉਂ ਬਣਿਆ? ਕਹਿੰਦੇ ਤੂੰ ਮਰਨ ਵੇਲੇ ਇਸ ਤਰੀਕੇ ਦੇ ਨਾਲ ਸ਼ਰਾਬ ਪੀ ਲਈ ਸੀ, ਉਹ ਪਾਪ ਕਰਮ ਕਰਨੇ ਕਰਕੇ ਤੇ ਇਹਨੂੰ ਮੁਸਲਮਾਨ ਘਰ ਦੇ ਵਿੱਚ ਜਨਮ ਲਿਆ ਹੈ। ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਿੱਤਰ ਬਚਨ ਕਰਦੇ ਆ ਕਿ ਉਹ ਜਨ ਧਰਤੀ ਦੇ ਰਾਜੇ ਬਣਦੇ ਆ ਜਿਨ੍ਹਾਂ ਨੇ ਪਿਛਲੇ ਜਨਮਾਂ ਵਿੱਚ ਕੋਈ ਚੰਗੇ ਸਾਧ ਸੰਗਤ ਜੀ ਪੁੰਨ ਕੀਤੇ ਹੋਣ, ਦਾਨ ਕੀਤਾ ਹੋਵੇ। ਵਿਪਰੀਤ ਬੁੱਧਿਯੰ ਮਾਰਤ ਲੋਕ ਨਾਨਕ ਚਿਰੰਕਾਲ ਦੁਖ ਭੋਗਤੇ। ਪਰ ਸਾਧ ਸੰਗਤ ਜੀ ਰਾਜੇ ਤਾਂ ਧਰਤੀ ਤੇ ਆ ਕਰਕੇ ਬਣ ਗਏ। ਇੱਕ ਕਹਾਵਤ ਹੈ, ਤਪੋਂ ਰਾਜ ਤੇ ਰਾਜੋ ਨਰਕ। ਤਪ ਕਰਕੇ ਰਾਜ ਹਾਸਲ ਕਰ ਲਿਆ, ਪਰ ਰਾਜ ਪ੍ਰਾਪਤ ਹੋਣੇ ਕਰਕੇ ਉਸ ਦਾ ਹੰਕਾਰ ਕਰ ਲਿਆ ਤੇ ਹੰਕਾਰ ਕਰਕੇ ਫਿਰ ਜੀਵ ਨਰਕਾਂ ਨੂੰ ਗਿਆ।
ਉਹ ਹਾਲਤ ਹੁੰਦੀ ਹੈ ਵਿਪਰੀਤ ਬੁੱਧੀਆਂ। ਸੰਸਾਰ ਤੇ ਰਾਜੇ ਬਣ ਕਰਕੇ ਵਿਪਰੀਤ ਬੁੱਧੀ ਧਾਰ ਕਰਕੇ ਜੀਵਾਂ ਦੇ ਉਹ ਸਾਧ ਸੰਗਤ ਜੀ ਮਾਰਦੇ ਹਨ। ਜਾਂ ਮਾਰਤ ਲੋਕ ਦਾ ਪਹਿਲਾ ਅਰਥ ਹੈ ਮਾਤ ਲੋਕ ਦੇ ਉੱਪਰ ਧਰਤੀ ਤੇ ਆ ਕਰਕੇ ਵਿਪਰੀਤ ਬੁੱਧੀ ਧਾਰਨ ਕਰਕੇ ਫਿਰ ਉਹ ਜੀਵ ਅਨੇਕਾਂ ਜਨਮਾਂ ਤੱਕ ਅਨੇਕਾਂ ਸਾਲਾਂ ਤੱਕ ਸਾਧ ਸੰਗਤ ਜੀ ਦੁੱਖ ਹੀ ਭੋਗਦਾ ਕਰਦੇ ਹਨ। ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ ਜਸ ਸਿਮਰਨ ਰਿਦੰਤਰ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ ਦੇ ਤਾਈਂ ਸਮਝਾਉਂਦੇ ਹਨ ਕਿ ਵੇਖੋ ਭਾਈ, ਜਿਹੜੇ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ ਜਸ ਸਿਮਰਨ ਰਿਦੰਤਰ ਹੈ। ਰਿਦ ਅੰਤਰ ਹੈ ਤੋਂ ਭਾਵ ਜਿਨ੍ਹਾਂ ਦਾ ਹਿਰਦਾ ਜਾਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅੰਤਰ ਹੈ ਨਾਮ ਪਰਦੇ ਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਦਾ ਪਿਆ ਹੋਇਆ ਹੈ ਨਾ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਸਿਮਰਨ ਨਹੀਂ, ਉਹ ਵਾਹਿਗੁਰੂ ਦੀ ਬ੍ਰਿਥਾ ਕਹੀਏ ਖਾਲੀ ਅਨੁਗ੍ਰਹ ਨਾਮ ਕਿਰਪਾ ਦਾ ਹੈ। ਗੋਬਿੰਦ ਹੈ ਨਾਮ ਪਰਮੇਸ਼ਰ ਦਾ ਹੈ। ਉਹ ਪਰਮੇਸ਼ਰ ਦੀ ਸਾਧ ਸੰਗਤ ਦੀ ਕਿਰਪਾ ਤੋਂ ਖਾਲੀ ਹਨ ਉਹ ਹਿਰਦੇ ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਹੈ। ਵਾਹਿਗੁਰੂ ਦਾ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਿਮਰਨ ਨਹੀਂ ਹੈ ਜੀ। ਆਰੋਗਯੰ ਮਹਾਰੋਗਯੰ ਬੇਸਿਮਰਤੇ ਕਰੁਣਾਮਇਆ ਹੈ। ਉਹ ਮੰਨਣਾ ਕਰੋ ਸਾਧ ਸੰਗਤ ਜੀ ਆਰੋਗ ਹੁੰਦਿਆਂ ਵੀ ਮਹਾਨ ਰੋਗੀ ਹਨ। ਭਾਵੇਂ ਕਿ ਆਪਾਂ ਨੂੰ ਸਾਹਮਣੇ ਦਿਖਾਈ ਦੇ ਰਿਹਾ ਕਿ ਸਰੀਰ ਉਸਦਾ ਬੜਾ ਸੋਹਣਾ ਹੈ, ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨਾ ਸਮਝੋ ਭਾਈ ਉਹ ਬੜਾ ਸਡੌਲ ਹੈ, ਸੋਹਣੇ ਸਰੀਰ ਵਾਲਾ ਹੈ, ਬੜਾ ਉਸਦਾ ਸਾਧ ਸੰਗਤ ਸੁੰਦਰ ਸਰੀਰ ਹੈ। ਮੰਨਣਾ ਕਰੋ ਅਰੋਗ ਹੁੰਦਿਆਂ ਵੀ ਉਸ ਨੂੰ ਹਉਮੈ ਦਾ ਹੰਕਾਰ ਦਾ ਵੱਡਾ ਰੋਗ ਲੱਗਾ ਹੋਇਆ ਹੈ। ਹੰਕਾਰ ਤੋਂ ਵੱਡਾ ਸਾਧ ਸੰਗਤ ਕਿਹੜਾ ਰੋਗ ਹੋ ਸਕਦਾ ਹੈ? ਮੰਨ ਲਓ ਅਜਿਹੇ ਵਿਅਕਤੀ ਨੂੰ ਕੋੜ ਦਾ ਰੋਗ ਹੋਇਆ, ਤੇ ਉਹ ਕੋੜ ਕਿਹੜਾ ਹੈ? ਵਿਸ਼ਿਆਂ ਰੂਪੀ ਕੋੜ, ਜਿਸ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਅਜਿਹੇ ਵਿਸ਼ਿਆਂ ਰੂਪੀ ਜਿਸ ਮਨੁੱਖ ਨੂੰ ਕੋੜ ਲੱਗਾ ਹੋਇਆ ਹੈ, ਹੰਕਾਰ ਰੂਪੀ ਵੱਡਾ ਰੋਗ ਲੱਗਾ ਹੈ ਨਾ, ਉਹ ਜੀਵ ਅਰੋਗ ਹੁੰਦਿਆਂ ਵੀ ਸਾਧ ਸੰਗਤ ਜੀ ਮਹਾਨ ਰੋਗੀ ਹੈ, ਬੇਸਿਮਰਤੇ ਕਰੁਣਾਮਈ ਹੈ। ਜਿਸ ਨੇ ਆਪਣੇ ਹਿਰਦੇ ਵਿੱਚ ਕਦੀ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਜਿਹੜਾ ਸਾਧ ਸੰਗਤ ਜੀ ਕਰੁਣਾਮਈ ਹੈ, ਦਿਆਲਤਾ ਵਾਲਾ ਹੈ, ਕਿਰਪਾ ਕਰਨ ਵਾਲਾ ਪਰਮੇਸ਼ਰ ਹੈ ਜੀ। ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਧਾਰਨ ਹੈ। ਰੱਬ ਦੇ ਪਿਆਰਿਆਂ ਦਾ ਸਰੂਪ ਸਮਝਾਉਂਦੇ ਹਨ ਸਾਧ ਸੰਗਤ ਜੀ, ਉਹ ਹਮੇਸ਼ਾ ਪਰਮੇਸ਼ਰ ਦੇ ਪਿਆਰੇ। ਰਮਣੰ ਕੇਵਲੰ ਕੀਰਤਨੰ, ਕੇਵਲ ਨਾਮ ਸਾਧ ਸੰਗਤ ਜੀ ਕੇਵਲ ਮੁਕਤੀ ਦਾ ਵੀ ਹੈ। ਕੇਵਲ ਨਾਮ ਸਿਰਫ ਇੱਕ ਦਾ ਸਿਰਫ ਹੈ ਕਿ ਜਿਹੜੇ ਪਰਮੇਸ਼ਰ ਦੇ ਰੱਬ ਦੇ ਪਿਆਰੇ ਹਨ ਉਹ ਕੇਵਲ ਇੱਕ ਪਰਮੇਸ਼ਰ ਦੀ ਕੀਰਤੀ ਕਰਦੇ ਹਨ। ਕਿਉਂ ਕਰਦੇ ਹਨ? ਕੇਵਲ ਮੋਕਸ਼ ਦੀ ਪ੍ਰਾਪਤੀ ਕਰਨ ਦੇ ਵਾਸਤੇ ਰੱਬ ਦਾ ਨਾਮ ਸਾਧ ਸੰਗਤ ਜੀ ਧਿਆਉਂਦੇ ਰਹਿੰਦੇ ਹਨ, ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਸੋ ਧਰਮੰ ਦੇਹ ਧਾਰਨ ਹੈ, ਤੇ ਇਹੋ ਸ੍ਰੇਸ਼ਟ ਧਰਮ ਹੈ ਸੰਸਾਰ ਦੇ ਵਿੱਚ ਦੇਹੀ ਧਾਰਨ ਕਰਨ ਦਾ, ਕਿ ਜੇਕਰ ਮਨੁੱਖਾ ਦੇਹੀ ਲੈ ਕਰਕੇ ਜੀਵ ਸੰਸਾਰ ਤੇ ਆਇਆ ਹੈ, ਤੇ ਮਨੁੱਖਾ ਦੇਹੀ ਦਾ ਸਭ ਤੋਂ ਉੱਤਮ ਸ੍ਰੇਸ਼ਟ ਧਰਮ ਕੀ ਹੈ? ਦੇਹੀ ਧਾਰਨ ਕਰਨ ਦਾ, ਕਿ ਹਮੇਸ਼ਾ ਜੀਵ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਨਾਮ ਧਿਆਉਣਾ ਕਰੇ, ਉਸ ਵਾਹਿਗੁਰੂ ਦੀ ਕੀਰਤੀ ਨੂੰ ਗਾਉਣਾ ਕਰੇ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਯਤੇ। ਜਿਸ ਕਰਕੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਜਨ ਹਨ, ਅੰਮ੍ਰਿਤ ਰੂਪ ਨਾਮ ਨੂੰ ਧਿਆਉਂਦੇ ਹੋਏ ਜਾਂ ਵਾਹਿਗੁਰੂ ਦੇ ਪਰਮੇਸ਼ਰ ਨੂੰ ਅੰਮ੍ਰਿਤ ਰੂਪ ਨਾਮ ਨੂੰ ਧਿਆ ਕਰਕੇ, ਨਾਰਾਇਣ ਹੈ ਜਿਹੜਾ ਹਰੇਕ ਨਰਾਂ ਦੇ ਵਿੱਚ ਆਇਆ ਹੋਇਆ ਹੈ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਯਤੇ, ਜੋ ਪਰਮੇਸ਼ਰ ਦਾ ਅੰਮ੍ਰਿਤ ਨਾਮ ਰੂਪੀ ਰਸ ਹੈ, ਇਸ ਨੂੰ ਗ੍ਰਹਿਣ ਕਰਦੇ ਹੋਏ ਜਿਹੜੇ ਰੱਬ ਦੇ ਜਨ ਹਨ, ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੀ ਕਦੇ ਵੀ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਦਾ ਹਿਰਦਾ ਕਦੇ ਰੱਜਦਾ ਨਹੀਂ ਹੈ। ਜਿਵੇਂ ਸਾਧ ਸੰਗਤ ਜੀ ਇੱਕ ਵਿਕਾਰੀ ਪੁਰਸ਼ ਵਿਕਾਰਾਂ ਨੂੰ ਭੋਗ ਕਰਦੇ, ਕਦੇ ਸਾਧ ਸੰਗਤ ਥੱਕਦਾ ਨਹੀਂ ਹੈ, ਉਸ ਦੀ ਤ੍ਰਿਪਤੀ ਨਹੀਂ ਹੁੰਦੀ। ਜਿਵੇਂ ਅੱਗ ਸਾਧ ਸੰਗਤ ਜੀ, ਜਿਵੇਂ ਉਸ ਵਿੱਚ ਲੱਕੜਾਂ ਪਾਈ ਜਾਓ ਤੇ ਅੱਗ ਕਦੀ ਬੁਝਦੀ ਨਹੀਂ ਹੈ, ਰੱਜਦੀ ਨਹੀਂ ਕਿ ਬਸ ਮੇਰੇ ਵਿੱਚ ਹੋਰ ਲੱਕੜਾਂ ਨਾ ਪਾਓ, ਜੋ ਪਾਵ ਕੀਰਤਨ ਨਹੀਂ ਤਰਾਪੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਹਨ, ਜਿਵੇਂ ਸਾਧ ਸੰਗਤ ਜੀ ਅੱਗ ਰੱਜਦੀ ਨਹੀਂ, ਜਿੰਨੀਆਂ ਮਰਜ਼ੀਆਂ ਲੱਕੜਾਂ ਨੂੰ ਸਾੜ ਜਾਵੇ, ਪਰ ਇਸੇ ਪ੍ਰਕਾਰ ਜਿਹੜੇ ਰੱਬ ਦੇ ਜਨ ਹਨ, ਪਿਆਰੇ ਹਨ, ਉਹਨਾਂ ਦਾ ਹਿਰਦਾ ਵੀ ਕਦੇ ਰੱਜਦਾ ਨਹੀਂ ਹੈ ਪਰਮੇਸ਼ਰ ਦਾ ਨਾਮ ਜਪ ਜਪ ਕਰਕੇ।
ਉਹ ਵੀ ਇਹੋ ਪੁਕਾਰਾਂ ਕਰਦੇ ਹਨ ਕਿ ਲੱਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖਾਰਾ ਰਾਧਾ ਮੇਰਾ ਰਾਮ। ਮਹਾਰਾਜ ਸਾਨੂੰ ਲੱਖਾਂ ਜ਼ੁਬਾਨਾਂ ਵੀ ਦੇ ਦੇਣਾ ਕਰੋ, ਤਾਂ ਵੀ ਸਾਰੀਆਂ ਜ਼ੁਬਾਨਾਂ ਦੁਆਰਾ ਤੁਹਾਡਾ ਨਾਮ ਜਪੀਏ। ਇਸ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਜਨ ਹਮੇਸ਼ਾ ਅੰਮ੍ਰਿਤ ਰੂਪ ਨਾਮ ਦੀ ਰਸ ਦੀ ਪ੍ਰਾਪਤੀ ਕਰਦੇ, ਕਦੇ ਥੱਕਦੇ ਨਹੀਂ। ਹਮੇਸ਼ਾ ਉਹਨਾਂ ਦੀ ਪ੍ਰਾਪਤੀ ਹੈ। ਮਹਾਰਾਜ ਹੋਰ ਨਾਮ ਬਖਸ਼ੋ, ਹੋਰ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰੋ ਜੀ। ਸਹਿਨਸ਼ੀਲ ਸੰਤੰ ਸਮ ਮਿਤ ਰਸ ਦੁਰਜਨ ਹੈ। ਫਿਰ ਮਹਾਰਾਜ ਨੇ ਪੁੱਛਿਆ, ਮਹਾਰਾਜ ਜੀ ਸੰਤਾਂ ਦਾ ਹਿਰਦਾ ਕੈਸਾ ਹੁੰਦਾ ਹੈ, ਸੰਤਾਂ ਦਾ ਸੁਭਾਅ ਕਿਦਾਂ ਦਾ ਹੁੰਦਾ ਹੈ? ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਣ ਲੱਗੇ ਕਿ ਭਾਈ ਸੰਤਾਂ ਦਾ ਸੁਭਾਅ ਐਸਾ ਹੁੰਦਾ ਹੈ, ਸਹਿਨਸ਼ੀਲ ਸੰਤੰ, ਹਮੇਸ਼ਾ ਕਹਿੰਦੇ ਸਹਿਨਸ਼ੀਲਤਾ ਧਾਰਨ ਕਰਦੇ ਹਨ। ਸੀਲ ਨਾਮ ਠੰਡੇ ਸੁਭਾਅ ਦਾ ਹੈ, ਹਮੇਸ਼ਾ ਆਪਣੇ ਠੰਡੇ ਸੁਭਾਅ ਕਰਕੇ ਸਾਰਾ ਕੁਝ ਆਪਣੇ ਸਰੀਰ ਤੇ ਸਹਾਰਦੇ ਹਨ। ਸਾਮ ਮਿਤਰਾਸ ਦੁਰਜਨ ਹੈ। ਦੁਰਜਨ ਹੈ ਨਾਮ ਖੋਟੇ ਮਨੁੱਖ ਦਾ ਹੈ, ਦੁਸ਼ਮਣ ਦਾ, ਖੋਟਾ ਮਨੁੱਖ ਕਹਿ ਲਈਏ। ਮਿਤਰਾਸ ਨਾਮ ਮਿੱਤਰ ਦਾ ਹੈ ਕਿ ਉਹ ਆਪਣੇ ਮਿੱਤਰ ਦੋਸਤ ਵਿੱਚ ਜਾਂ ਸਾਧ ਸੰਗਤ ਦੇ ਖੋਟੇ ਜਨ ਦੁਸ਼ਮਣ ਵਿੱਚ ਕਿਸੇ ਤਰੀਕੇ ਦੇ ਨਾਲ ਕੁਝ ਫਰਕ ਨਹੀਂ ਕਰਦੇ, ਦੋਹਾਂ ਨੂੰ ਸਮਾਨ ਰੂਪ ਕਰਕੇ ਜਾਣਦੇ ਹਨ। ਨਾਨਕ ਭੋਜਨ ਅਨਕ ਪ੍ਰਕਾਰੇਨ ਨਿੰਦਕ ਆਵਦ ਹੋਏ ਉਪਤਿਸ਼ਟਤੇ। ਇੱਕ ਪਾਸੇ ਜਿਹੜਾ ਮਿੱਤਰ ਹੈ ਉਹ ਅਨੇਕਾਂ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਲਿਆ ਕਰਕੇ ਮਹਾਂਪੁਰਸ਼ਾਂ ਦੇ ਇੱਕ ਪਾਸੇ ਆ ਕੇ ਖੜਾ ਹੋ ਜਾਵੇ, ਮਹਾਂਪੁਰਸ਼ੋ ਮੈਂ ਤੁਹਾਡੇ ਵਾਸਤੇ 36 ਪ੍ਰਕਾਰ ਦੇ ਭੋਜਨ ਪਦਾਰਥ ਲੈ ਕਰਕੇ ਆਇਆ, ਛਕਣਾ ਕਰੋ। ਤੇ ਰੱਬ ਦੇ ਪਿਆਰੇ ਸਾਧ ਸੰਗਤ ਜੀ ਉਸ ਤੇ ਖੁਸ਼ ਨਹੀਂ ਹੁੰਦੇ ਕਿ ਮੇਰੇ ਵਾਸਤੇ ਇੰਨੇ ਸੋਹਣੇ ਪਦਾਰਥ ਲੈ ਕੇ ਆਇਆ, ਮੇਰੀ ਖੁਸ਼ੀ ਦਾ ਪਾਤਰ ਬਣਿਆ। ਤੇ ਇੱਕ ਬੰਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਥਨ ਕਰਦੇ ਆ ਕਿ ਇੱਕ ਖੋਟਾ ਮਨੁੱਖ ਜਿਹੜਾ ਹੈ ਨਾ, ਪਾਗਲ ਦੁਸ਼ਮਣ, ਉਹ ਆਪਣੇ ਹੱਥ ਵਿੱਚ ਸਾਧ ਸੰਗਤ ਜੀ ਆਵਦ ਨਾਮ ਸ਼ਸਤਰ ਦਾ ਹੈ। ਸ਼ਸਤਰ ਲੈ ਕਰਕੇ ਉਪ ਨਾਮ ਨੇੜੇ ਹੋ ਕਰਕੇ ਤਿਸ਼ਟ ਤੇ ਕਹਿੰਦੇ ਖੜਾ ਹੋ ਜਾਵੇ। ਇੱਕ ਖੋਟਾ ਮਨੁੱਖ ਸੰਤਾਂ ਨੂੰ ਮਾਰਨ ਵਾਸਤੇ ਆਇਆ, ਨਿੰਦਕ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਹੈ, ਉਹ ਨੇੜੇ ਹੋ ਕਰਕੇ ਸਾਧ ਸੰਗਤ ਜੀ ਆਪਣੇ ਹੱਥ ਵਿੱਚ ਸ਼ਸਤਰ ਲੈ ਕੇ ਖੜਾ ਹੈ ਕਿ ਸੰਤਾਂ ਨੂੰ ਕਿਹੜਾ ਵੇਲਾ ਹੋਵੇ ਮੈਂ ਮਾਰ ਦੇਵਾਂ। ਤੇ ਦੂਸਰੇ ਪਾਸੇ ਸਾਧ ਸੰਗਤ ਜੀ ਇੱਕ ਮਹਾਤਮਾ ਲਈ 36 ਪ੍ਰਕਾਰ ਦੇ ਭੋਜਨ ਲੈ ਕੇ ਕੀ ਆਇਆ ਹੈ, ਪਰ ਸੰਤ ਸਾਧ ਸੰਗਤ ਜੀ ਉਸ ਤੇ ਉਦਾਸ ਨਹੀਂ ਹੁੰਦੇ ਜਿਹੜਾ ਉਹਨਾਂ ਨੂੰ ਮਾਰਨ ਵਾਸਤੇ ਆਇਆ ਹੈ, ਤੇ ਜਿਹੜਾ ਭੋਜਨ ਲੈ ਕੇ ਇਹਨਾਂ ਤੇ ਖੁਸ਼ ਨਹੀਂ ਹੁੰਦੇ। ਦੋਹਾਂ ਦੇ ਸਾਧ ਸੰਗਤ ਜਿਹੜਾ ਸਮਾਨ ਰੂਪ ਕਰਕੇ ਜਾਣਨਾ ਕਰੇ, ਉਸ ਦਾ ਨਾਮ ਸੰਤ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਨੇ ਕਥਨ ਕੀਤਾ ਹੈ ਨਾ ਕਿ ਜਿਵੇਂ ਕਿ ਰੁੱਖ ਆਪਣੇ ਸਰੀਰ ਤੇ ਅਨੇਕਾਂ ਮੁਸ਼ਕਲਾਂ ਨੂੰ ਸਹਾਰਦਾ ਹੈ ਤੇ ਫਿਰ ਫਲ ਦਿੰਦਾ ਹੈ, ਰੱਬ ਦੇ ਪਿਆਰਿਆਂ ਦਾ ਹਿਰਦਾ ਵੀ ਇਸੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ। ਫਰੀਦਾ ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ, ਰੁੱਖਾਂ ਵਰਗਾ ਜੀਰਾਂਦ ਕਹਿੰਦੇ ਜੇਰਾ ਚਾਹੀਦਾ ਸੰਤਾਂ ਮਹਾਤਮਾ ਦਾ, ਫਿਰ ਤਾਂ ਕਰਕੇ ਬ੍ਰਹਮ ਗਿਆਨੀ ਸੰਤ ਬਣਿਆ ਜਾਂਦਾ ਹੈ। ਇਹੋ ਗੱਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਜਿਹੜਾ ਮਿੱਤਰ ਤੇ ਦੁਸ਼ਮਣ ਵਿੱਚ ਫਰਕ ਨਹੀਂ ਜਾਣਦਾ। ਤਿਰਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਭੰਗਨ ਹੈ। ਰੱਬ ਦੇ ਪਿਆਰਿਆਂ ਦਾ ਸਾਧ ਸੰਗਤ ਜੀ ਕਦੇ ਵੀ ਨਿਰਾਦਰ ਨਹੀਂ ਹੁੰਦਾ। ਉਹ ਲੋਕ ਪਰਲੋਕ ਜਿੱਥੇ ਮਰਜ਼ੀ ਚਲੇ ਜਾਣ, ਹਮੇਸ਼ਾ ਉਹਨਾਂ ਦਾ ਸਤਿਕਾਰ ਹੁੰਦਾ ਹੈ। ਰੇ ਰੇ ਦਰਗਹ ਕਹੇ ਨ ਕੋ ਆਓ ਬੈਠ ਆਦਰ ਸਭ ਦੇਉ। ਉਹ ਸਾਧ ਸੰਗਤ ਜੀ ਜਮਰਾਜ, ਇਹੋ ਜਿਸ ਦੇ ਸਾਰੇ ਜਮ ਜਿਹੜੇ ਧਰਮਰਾਜੇ ਦੇ, ਉਹ ਵੀ ਪਰਮੇਸ਼ਰ ਦੇ ਪਿਆਰਿਆਂ ਦਾ ਸਤਿਕਾਰ ਕਰਦੇ ਨੇ। ਕੋਈ ਉਹ ਕਹਿ ਕਰਕੇ ਇਹਨਾਂ ਨੂੰ ਪੁਕਾਰਦਾ ਨਹੀਂ ਹੈ। ਤਿਰਸਕਾਰ ਨਹਿ ਭਵੰਤ, ਤਿਰਸਕਾਰ ਨਾਮ ਨਿਰਾਦਰ ਦਾ ਹੈ। ਰੱਬ ਦੇ ਪਿਆਰਿਆਂ ਦਾ ਕਹਿੰਦੇ ਕਦੇ ਬ੍ਰਹਮ ਲੋਕ ਵਿੱਚ ਵੀ ਚਲੇ ਜਾਣ, ਉਹਨਾਂ ਦਾ ਕਦੇ ਵੀ ਉੱਥੇ ਸਾਧ ਸੰਗਤ ਜੀ ਨਿਰਾਦਰ ਨਹੀਂ ਹੁੰਦਾ। ਨਹਿ ਭਵੰਤ ਮਾਨ ਭੰਗਣ ਹੈ, ਤੇ ਨਾ ਹੀ ਉਹਨਾਂ ਦਾ ਕਿਤੇ ਸਵਰਗ ਵਿੱਚ ਚਲੇ ਜਾਣ, ਨਾ ਉੱਥੇ ਰੱਬ ਦੇ ਪਿਆਰਿਆਂ ਦਾ ਮਾਣ ਇੱਜ਼ਤ ਭੰਗਣ ਹੈ ਨਾਸ਼ ਹੁੰਦੀ ਹੈ। ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁਖ ਨਹਿ। ਪਰਮੇਸ਼ਰ ਦੇ ਪਿਆਰਿਆਂ ਦੀ ਸਾਧ ਸੰਗਤ ਜੀ ਕਦੇ ਵੀ ਸੋਭਾਹੀਨ ਨਾਸ਼ ਨਹੀਂ ਹੁੰਦੀ, ਭਾਵੇਂ ਉਹ ਸੰਸਾਰ ਦੇ ਵਿੱਚ ਵਿਚਰਦੇ ਹਨ ਜਾਂ ਕਿਤੇ ਸਾਧ ਸੰਗਤ ਜੀ ਜਮਾਂ ਦੀ ਪੁਰੀ ਵਿੱਚ ਵੀ ਚਲੇ ਜਾਣ, ਉੱਥੇ ਵੀ ਰੱਬ ਦੇ ਪਿਆਰਿਆਂ ਦਾ ਜਿਹੜਾ ਸਾਧ ਸੰਗਤ ਜੀ ਮਾਣ ਹੈ, ਸ਼ੋਭਾ ਹੈ, ਉਹ ਨਾਸ਼ ਨਹੀਂ ਹੋਣਾ ਕਰਦੀ। ਸਗੋਂ ਸਾਧ ਸੰਗਤ ਜੀ ਰਾਜੇ ਜਨਕ ਵਰਗੇ ਇਹੋ ਜਿਹੇ ਭਗਤ ਜਦੋਂ ਸਾਧ ਸੰਗਤ ਜੀ ਕਿਤੇ ਜਮਾਂ ਦੀ ਪੁਰੀ ਦੀਆਂ ਕਿਤੇ ਚੀਖਾਂ ਪੁਖਾਰਾਂ ਵੀ ਸੁਣ ਲੈਣ ਤੇ ਉੱਥੇ ਜਾ ਕਰਕੇ ਸਾਰਾ ਨਰਕ ਖਾਲੀ ਕਰਵਾ ਦਿੰਦੇ ਨੇ। ਇਹਨੇ ਰੱਬ ਦੇ ਪਿਆਰਿਆਂ ਦੀ ਸ਼ੋਭਾ ਹੁੰਦੀ ਹੈ। ਇਹਨਾਂ ਉਹਨਾਂ ਦਾ ਮਾਣ ਇੱਜ਼ਤ ਸਤਿਕਾਰ ਹਰ ਜਗ੍ਹਾ ਤੇ ਹੁੰਦਾ ਹੈ। ਨਹਿ ਪੋਹੰਤ ਸੰਸਾਰ ਦੁੱਖ ਨ ਹੈ, ਤੇ ਨਾ ਉਹਨਾਂ ਨੂੰ ਪੋਹੰਤ ਦਾ ਨਾਮ ਹੈ। ਸੰਸਾਰ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਪਹੁੰਚਦੇ ਨਹੀਂ ਹਨ। ਉਹਨਾਂ ਨੂੰ ਜਿਹੜੇ ਦੁੱਖ ਹਨ ਕਦੇ ਵੀ ਨਹੀਂ ਲੱਗਦੇ ਜਿਹੜੇ ਸੰਸਾਰ ਦੇ ਜੀਵਾਂ ਨੂੰ ਲੱਗੇ ਹੁੰਦੇ ਹਨ। ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ,
ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ। ਇਸ ਕਰਕੇ ਸਾਧ ਸੰਗਤ ਜੀ ਸ਼ਲੋਕ ਦੀ ਸਮਾਪਤੀ ਕਰਦਿਆਂ ਹੋਇਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਰੱਬ ਦਾ ਨਾਮ ਜਪੋ ਭਾਈ, ਜਿਹੜਾ ਗੋਬਿੰਦ ਪ੍ਰਿਥਵੀ ਤੇ ਰੱਖਿਆ ਕਰਨ ਵਾਲਾ ਹੈ। ਮਹਾਰਾਜ ਜੀ ਕਿਵੇਂ ਜਪੀਏ? ਕਹਿੰਦੇ ਮਿਲ ਸਾਧ ਸੰਗ ਹੈ। ਜਿੱਥੇ ਸਾਧੂਆਂ ਦੀ ਸੰਗਤ ਹੋਵੇ ਨਾ, ਸਾਧ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦਾ ਨਾਮ ਜਪ। ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ, ਕਿਉਂਕਿ ਉਹਨਾਂ ਪ੍ਰਾਣੀਆਂ ਦਾ ਵਾਸਾ ਹਮੇਸ਼ਾ ਸੁੱਖਾਂ ਦੇ ਵਿੱਚ ਹੁੰਦਾ ਹੈ। ਉਹ ਜਨ ਹਮੇਸ਼ਾ ਸਾਧੂ ਜਨ ਹਮੇਸ਼ਾ ਸੁੱਖਾਂ ਦੇ ਵਿੱਚ ਰਹਿੰਦੇ ਹਨ। ਜਾਂ ਦੂਜੇ ਅਰਥਾਂ 'ਚ ਕਰ ਲਈ, ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ। ਉਹਨਾਂ ਦਾ ਸਾਧ ਸੰਗਤ ਦੀ ਜਿਹੜਾ ਪਰਮੇਸ਼ਰ ਹੈ ਨਾ, ਭਗਤੀ ਰੂਪ ਖੁਸ਼ਬੂ ਉਹਨਾਂ ਨੂੰ ਦੇ ਦਿੰਦਾ ਹੈ। ਉਹਨਾਂ ਰੱਬ ਦੇ ਪਿਆਰਿਆਂ ਦੇ ਕੋਲ ਹਮੇਸ਼ਾ ਭਗਤੀ ਰੂਪੀ ਜਿਹੜੀ ਸੁਗੰਧੀ ਹੈ ਨਾ, ਉਹ ਰੱਬ ਦੇ ਪਿਆਰਿਆਂ ਕੋਲ ਆਉਂਦੀ ਰਹਿੰਦੀ ਹੈ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤਾਹ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ ਪੁੱਛਣ ਲੱਗੇ ਕਿ ਰੱਬ ਦੇ ਪਿਆਰਿਆਂ ਦੀ ਵੀ ਕੋਈ ਫੌਜ ਹੈ ਜਾਂ ਹਰੀ ਅਕਾਲ ਪੁਰਖ ਪਰਮੇਸ਼ਰ ਵੀ ਆਪਣੇ ਪਾਸ ਕੋਈ ਸੈਨਾ ਰੱਖਦਾ ਹੈ? ਕਹਿੰਦੇ ਹਾਂ ਭਾਈ, ਜਿਹੜੇ ਰੱਬ ਦੇ ਪਿਆਰੇ ਸਾਧੂ ਮਹਾਤਮਾ ਜਨ ਹਨ ਉਹ ਹਰੀ ਦੀ ਫੌਜ ਹਨ। ਜਾਂ ਜਿਹੜੇ ਸੰਸਾਰ ਦੇ ਵਿੱਚ ਸਾਧ ਸੰਗਤ ਸ਼ੁਭ ਗੁਣ ਧਾਰਨ ਕਰਨੇ, ਸਤ ਸੰਤੋਖ ਦਇਆ ਧਰਮ ਧੀਰਜ ਨਿਮਰਤਾ ਪ੍ਰੇਮ ਵਿਰਾਗ ਗਿਆਨ, ਇਹ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੇ ਸਾਧ ਸੰਗਤ ਜੀ ਜਿਹੜੇ ਮੰਨ ਲਈਏ ਕਿ ਹਥਿਆਰ ਹਨ, ਸ਼ਸਤਰ ਹਨ, ਫੌਜ ਹੈ। ਸੈਨਾ ਸਾਧ ਸਮੂਹ, ਸੈਨਾ ਕਿਹੜੀ ਹੈ? ਸਾਧੂਆਂ ਦੀ ਸਮੂਹ ਸਾਰੀ ਸੂਰ ਸੂਰਮੇ ਅਜਿਤੰ ਨਾ ਜਿੱਤੇ ਜਾਣ ਵਾਲੀ ਜਿਹੜੀ ਸੈਨਾ ਹੈ। ਕਿਹੜੀ ਸੈਨਾ ਹੈ? ਸਨਾਹੰ ਤਨ ਨਿਮਰਤਾ। ਜਿਵੇਂ ਕਿ ਯੋਧਾ ਆਪਣੇ ਸਰੀਰ ਤੇ ਸੰਜੋਗ ਧਾਰਦਾ ਹੈ ਨਾ, ਰੱਬ ਦੇ ਪਿਆਰ ਨੇ ਸਾਧ ਸੰਗਤ ਜੀ ਆਪਣੇ ਸਰੀਰ ਦੇ ਉੱਪਰ ਨਿਮਰਤਾ ਰੂਪੀ ਜਿਹੜੀ ਸੰਜੋਗ ਹੈ, ਸਨਾਹੰ ਹੈ, ਉਸ ਨੂੰ ਧਾਰਨ ਕੀਤਾ ਹੋਇਆ ਹੈ ਜੀ। ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ। ਪਰਮੇਸ਼ਰ ਦੇ ਪਿਆਰਿਆਂ ਕੋਲ ਇਹੋ ਜਿਹੇ ਸ਼ਸਤਰ ਹਨ ਕਿ ਹਮੇਸ਼ਾ ਆਪਣੀ ਰਸਨਾ ਤੋਂ ਪਰਮੇਸ਼ਰ ਦੇ ਗੁਣੋਚਾਰਨ ਕਰਨੇ, ਵਾਹਿਗੁਰੂ ਦੇ ਗੁਣ ਗਾਉਣ ਰੂਪ ਸਾਧ ਸੰਗਤ ਜੀ ਉਹਨਾਂ ਦੇ ਕੋਲ ਵੱਡਾ ਸ਼ਸਤਰ ਹੈ। ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ, ਤੇ ਹਮੇਸ਼ਾ ਗੁਰੂ ਦੇ ਸ਼ਬਦ ਉਪਦੇਸ਼ ਦੀ ਓਟ ਤੱਕਣੀ, ਗੁਰੂ ਦਾ ਆਸਰਾ ਤੱਕਣਾ। ਇਹੋ ਜਿਹਾ ਸਾਧ ਸੰਗਤ ਜੀ ਉਹਨਾਂ ਦੇ ਪਾਸ ਚਰਮਨ ਹੈ ਕੀ ਢਾਲ ਹੈ। ਰੱਬ ਦੇ ਪਿਆਰਿਆਂ ਦੇ ਕੋਲ ਸਾਧ ਸੰਗਤ ਜੀ ਗਿਆਨ ਰੂਪੀ ਗੋਲਾ ਹੈ, ਧਿਆਨ ਰੂਪੀ ਸਾਧ ਸੰਗਤ ਜੀ ਧਨੁਖ ਹੈ। ਪਰਮੇਸ਼ਰ ਦੇ ਸਾਧ ਸੰਗਤ ਜੀ ਨਾਮ ਜਿਹੜੇ ਪ੍ਰੇਮ ਰੂਪੀ ਉਹਨਾਂ ਦੇ ਪਾਸ ਤੀਰ ਹਨ। ਤੇ ਵਾਹਿਗੁਰੂ ਦੇ ਵਿੱਚ ਹਮੇਸ਼ਾ ਆਪਣੀ ਬਿਰਤੀ ਨੂੰ ਜੋੜ ਕਰਕੇ ਰੱਖਣਾ, ਆਪਣੀ ਬਿਰਤੀ ਨੂੰ ਪਰਮੇਸ਼ਰ ਦੇ ਵਿੱਚ ਜੋੜੀ ਰੱਖਣਾ, ਇਹੋ ਜਿਹਾ ਸਾਧ ਸੰਗਤ ਜੀ ਉਹਨਾਂ ਦੇ ਪਾਸ ਵੱਡੀ ਤੋਪ ਹੈ। ਇਹ ਰੱਬ ਦੇ ਪਿਆਰਿਆਂ ਦੇ ਕੋਲ ਮਹਾਨ ਸ਼ਸਤਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਸਾਉਣਾ ਕੀਤੇ ਹਨ। ਆਰੂੜ ਤੇ ਆਸੁ ਰਥ ਨਗ ਹੈ ਭੁਜੰਤੇ ਪ੍ਰਭ ਮਾਰਗ ਹੈ। ਜਿਹੜੇ ਤਿੰਨ ਸਾਧਨ ਹਨ, ਸਰਵਣ ਮੰਨਣ ਤੇ ਨਿਧਿਆਸਨ, ਇਹ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰਿਆਂ ਕੋਲ ਕਿਸ ਤਰ੍ਹਾਂ ਹਨ ਕਿ ਦੁਆਰਾ ਬੋਲੋ। ਆਰੂੜ ਤੇ ਵਿਸ਼ਵ ਸੰਸਾਰ ਹੈ ਆਰੂੜ ਤੇ ਅਸ ਰਥ ਨਗ ਹੈ ਭੁਜੰਤੇ ਪ੍ਰਭ ਮਾਰਗ ਹੈ। ਆਰੂੜ ਤੇ ਭਾਵ ਸਾਧ ਸੰਗਤ ਜੀ ਘੋੜੇ ਉੱਪਰ ਸਵਾਰ ਹੋਣਾ, ਇਹ ਉਹਨਾਂ ਦਾ ਸਰਵਣ ਰੂਪ ਸਵਾਰ ਹੋਣਾ ਹੈ। ਅਸਮ ਨਾਮ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਘੋੜੇ ਦਾ ਹੈ। ਘੋੜੇ ਦੇ ਉੱਪਰ ਸਵਾਰ ਹੋਣਾ ਇਹ ਸਰਵਣ ਰੂਪ ਹੈ। ਰਥ ਤੇ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਸਵਾਰੀ ਕਰਨੀ ਇਹ ਮੰਨਣ ਰੂਪ ਹੈ। ਤੇ ਨਗ ਹੈ ਨਾਮ ਹਾਥੀ ਦਾ ਹੈ। ਜਿਵੇਂ ਕਿ ਸੂਰਮਾ ਜੰਗ ਦੇ ਮੈਦਾਨ ਵਿੱਚ ਹਾਥੀ ਤੇ ਚੜ੍ਹ ਕਰਕੇ ਅਨੇਕਾਂ ਸਾਧ ਸੰਗਤ ਜੀ ਯੁੱਧ ਕਰਦਾ ਹੈ, ਇਵੇਂ ਰੱਬ ਦੇ ਪਿਆਰੇ ਜਨ ਸਾਧ ਸੰਗਤ ਜੀ ਨਿਧਿਆਸਨ ਰੂਪ ਸਾਧ ਸੰਗਤ ਜੀ ਹਾਥੀ ਚੜ੍ਹ ਕਰਕੇ ਕਮਾਈ ਕਰਦੇ ਹਨ। ਵਿਚਰਤੇ ਨਿਰਭਯੰ ਸਤਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ। ਪਰਮੇਸ਼ਰ ਦੇ ਪਿਆਰੇ ਸਾਧ ਸੰਗਤ ਜੀ ਹਮੇਸ਼ਾ ਜਿਵੇਂ ਕਿ ਸੂਰਮਾ ਜੰਗ ਦੇ ਮੈਦਾਨ ਦੇ ਵਿੱਚ ਵਿਚਰਦਾ ਹੈ, ਇਵੇਂ ਰੱਬ ਦਾ ਪਿਆਰਾ ਵਾਹਿਗੁਰੂ ਦਾ ਨਾਮ ਸਾਧ ਸੰਗਤ ਜੀ ਪੁੱਛ ਕਰਕੇ ਵਾਹਿਗੁਰੂ ਦੇ ਰਸਤੇ ਤੇ ਤੁਰਨ ਕਰਕੇ ਉਹ ਜੰਗ ਦੇ ਮੈਦਾਨ ਵਿੱਚ ਤੁਰਨਾ ਹੁੰਦਾ ਹੈ। ਹਮੇਸ਼ਾ ਸਾਧ ਸੰਗਤ ਜੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵੈਰੀ ਹਨ,
ਇਹਨਾਂ ਪੰਜਾਂ ਵੈਰੀਆਂ ਦੇ ਵਿੱਚ ਨਿਰਭੈ ਹੋ ਕਰਕੇ ਰੱਬ ਦਾ ਪਿਆਰਾ ਵਿਚਰਦਾ ਹੈ। ਇਹ ਸਾਧ ਸੰਗਤ ਜੀ ਮਹਾਨ ਸੂਰਮੇ ਦਾ ਗੁਣ ਹੈ। ਤਾਂ ਅੰਤੇ ਗੋਪਾਲ ਕੀਰਤਨ ਹੈ। ਜਿਵੇਂ ਦੁਸ਼ਮਣਾਂ ਤੇ ਇੱਕ ਵੈਰੀ ਧਾਵਾ ਬੋਲਦਾ ਹੈ, ਹੱਲਾ ਬੋਲਦਾ ਹੈ, ਇਵੇਂ ਰੱਬ ਦਾ ਪਿਆਰਾ ਪਰਮੇਸ਼ਰ ਦਾ ਨਾਮ ਧਿਆ ਕਰਕੇ ਵਾਹਿਗੁਰੂ ਦਾ ਨਾਮ ਜਪਣ ਰੂਪ ਵਿਕਾਰਾ ਤੇ ਹੱਲਾ ਬੋਲਦਾ ਹੈ ਜੀ। ਜਿਤ ਤੇ ਵਿਸਵ ਸੰਸਾਰ ਹੈ ਨਾਨਕ, ਵਸਿਅੰ ਕਰੋਤ ਪੰਚ ਤਸਕਰ ਹੈ। ਜਿਤ ਤੇ ਵਿਸਵ ਸੰਸਾਰ ਹੈ। ਆਪਣੇ ਮਨ ਨੂੰ ਸਾਧ ਸੰਗ ਜਿਤਨ ਰੂਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਵਿਕਾਰਨ ਜਿਤਨ ਰੂਪ ਇੱਕ ਰੱਬ ਦਾ ਪਿਆਰਾ ਸਾਧ ਸੰਗ ਜੀ ਸਾਰੇ ਸੰਸਾਰ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਜਿਸ ਨੇ ਆਪਣੇ ਮਨ ਤੇ ਸਾਧ ਸੰਗ ਜਿੱਤ ਪ੍ਰਾਪਤ ਕਰ ਲਈ ਹੈ ਨਾ, ਮੰਨ ਲਓ ਉਸਨੇ ਸਾਰੇ ਸੰਸਾਰ ਨੂੰ ਜਿੱਤ ਲੈਣਾ ਕੀਤਾ ਹੈ। ਨਾਨਕ ਵਸਿਅੰ ਕਰੋਤ ਪੰਚ ਤਸਕਰ ਹੈ। ਜਿਸ ਕਰਕੇ ਜਿਹੜੇ ਪੰਜੇ ਵਿਕਾਰ ਹਨ ਉਹ ਵੀ ਪਰਮੇਸ਼ਰ ਦੇ ਪਿਆਰਿਆਂ ਦੇ ਅਧੀਨ ਹੋ ਜਾਂਦੇ ਹਨ ਜੀ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ, ਦ੍ਰੁਮ ਛਾਇਆ ਰਚ ਦੂਰਬਤ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਜੀ 30ਵੇਂ ਸ਼ਲੋਕ ਵਿੱਚ ਜੋ ਸੰਸਾਰ ਸਾਧ ਸੰਗਤ ਜੀ ਕੈਸਾ ਹੈ, ਸੰਸਾਰ ਦਾ ਸਰੂਪ ਕਥਨ ਕਰਦੇ ਹਨ। ਜਿਵੇਂ ਸਾਧ ਸੰਗਤ ਜੀ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਨਾ, ਮ੍ਰਿਗ ਤ੍ਰਿਸ਼ਨਾ ਨਾਮ ਹੈ ਜਿਵੇਂ ਰਾਜਸਥਾਨ ਦੇ ਰੇਤੀਲੀ ਇਲਾਕਿਆਂ ਦੇ ਵਿੱਚ ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ ਸਾਧ ਸੰਗਤ ਜੀ ਇਉਂ ਪ੍ਰਤੀਤ ਹੁੰਦਾ ਹੈ ਕਿ ਦੂਰ ਇੱਕ ਨਦੀ ਹੈ, ਪਾਣੀ ਦਾ ਇਲਾਕਾ ਹੈ। ਤੇ ਪਾਣੀ ਨੂੰ ਸਾਧ ਸੰਗਤ ਜੀ ਉਹ ਜਿਹੜੀ ਝਲਕ ਪੈਂਦੀ ਆ ਉਹ ਵੇਖ ਕਰਕੇ ਹਿਰਨ ਭੱਜਾ ਉੱਥੇ ਜਾਂਦਾ ਹੈ, ਜਾ ਕਰਕੇ ਸਿਰ ਰੇਤੇ ਵਿੱਚ ਹੀ ਮੂੰਹ ਮਾਰਦਾ ਹੈ। ਉਸ ਨੂੰ ਭੁਲੇਖਾ ਪਿਆ ਲੱਗਦਾ ਹੈ ਸੂਰਜ ਨੇ ਕਿਰਨਾਂ ਕਰਕੇ ਕਿ ਕਿਤੇ ਪਾਣੀ ਹੈ। ਐਵੇਂ ਸਾਧ ਸੰਗਤ ਜੀ ਨੂੰ ਭੁਲੇਖਾ ਪਿਆ ਹੋਇਆ ਕਿ ਜੋ ਪਰਮੇਸ਼ਰ ਬ੍ਰਹਮ ਰੂਪ ਸੂਰਜ ਹੈ, ਉਸ ਵਾਹਿਗੁਰੂ ਦੀ ਸੱਤਾ ਰੂਪੀ ਸਾਧ ਸੰਗਤ ਦੀ ਰੌਸ਼ਨੀ ਦੇ ਕਰਕੇ ਜਿੰਨੇ ਮਾਇਆਵੀ ਪਦਾਰਥ ਨੇ ਇਹ ਜੀਵ ਨੂੰ ਤਰ੍ਹਾਂ ਤਰ੍ਹਾਂ ਦੇ ਸੱਚੇ ਪ੍ਰਤੀਤ ਹੋ ਰਹੇ ਨੇ। ਪਰ ਜਦੋਂ ਜੀਵਨ ਪਦਾਰਥਾਂ ਨੂੰ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਕਰਦਾ ਹੈ, ਪਹੁੰਚਦਾ ਹੈ, ਪਰ ਨਿਕਲਦਾ ਇਹਨਾਂ ਵਿੱਚ ਫਿਰ ਵੀ ਕੁਝ ਨਹੀਂ ਹੈ। ਸੰਸਾਰ ਤੇ ਫਿਰ ਵੀ ਝੂਠੇ ਹਨ। ਇਵੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਜਿਹੜੇ ਸੰਸਾਰ ਹੈ ਇਹ ਮ੍ਰਿਗ ਤ੍ਰਿਸ਼ਨਾ ਦੀ ਨਿਆਈ ਹੈ। ਗੰਧਰਵ ਨਗਰੰ ਦੂਸਰੀ ਉਦਾਹਰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੇਣਾ ਕੀਤੀ ਹੈ। ਹਰੀ ਚੰਦ ਰਾਜਾ ਸੀ ਸਾਧ ਸੰਗਤ ਜੀ, ਇਸ ਨੇ ਇੰਨੇ ਦਾਨ ਪੁੰਨ ਕੀਤੇ, ਇਸ ਨੂੰ ਸਾਰੀ ਨਗਰੀ ਦੇ ਸਮੇਤ ਸਵਰਗਾਂ ਦੇ ਵਿੱਚ ਜਾਣ ਦਾ ਹੁਕਮ ਹੋਇਆ। ਜਦੋਂ ਸਾਧ ਸੰਗਤ ਜੀ ਸਾਰੀ ਨਗਰੀ ਨੂੰ ਲੈ ਕਰਕੇ ਜਾ ਰਿਹਾ ਸੀ ਨਾ, ਤੇ ਸਾਰੀ ਨਗਰੀ ਵਿੱਚ ਸਾਧ ਸੰਗਤ ਜੀ ਗਧਾ ਵੀ ਸੀ। ਜਦੋਂ ਉਸ ਆਪਣਾ ਇਸ ਦਾ ਖੋਤਾ ਵੀ ਸਾਧ ਸੰਗਤ ਜਿਹੜਾ ਉੱਡ ਰਿਹਾ ਸੀ ਨਾ ਆਕਾਸ਼ ਵਿੱਚ, ਤੇ ਖੋਤਾ ਰਸਤੇ ਵਿੱਚ ਹਿਣਕਿਆ ਤੇ ਇਸ ਨੂੰ ਹੰਕਾਰ ਹੋ ਗਿਆ ਕਿ ਵਾਹ ਭਈ ਹਰੀ ਚੰਦ ਰਾਜਾ, ਤੂੰ ਕੈਸਾ ਰਾਜਾ ਹੈ, ਕਿੱਡਾ ਵੱਡਾ ਮਹਾਨ ਰਾਜਾ ਹੈ ਜਿਸ ਦੇ ਖੋਤੇ ਵੀ ਸਵਰਗਾਂ ਨੂੰ ਜਾ ਰਹੇ ਨੇ। ਜਦੋਂ ਇਸ ਗੱਲ ਦਾ ਹੰਕਾਰ ਹੋ ਗਿਆ ਤੇ ਸਾਧ ਸੰਗਤ ਦੇ ਰਸਤੇ ਵਿੱਚ ਹੀ ਉਹ ਜਿਹੜਾ ਹੈ ਨਾ ਸਾਰੀ ਨਗਰੀ ਦੇ ਸਮੇਤ ਅਟਕ ਗਿਆ। ਇਸ ਤਰੀਕੇ ਦੇ ਨਾਲ ਮਿਥਿਆਸ ਹੈ, ਪੁਰਾਣੀ ਘਟਨਾ ਮੰਨੀ ਜਾਂਦੀ ਹੈ ਤੇ ਉਹ ਮੰਨਿਆ ਜਾਂਦਾ ਕਿ ਅੱਜ ਤੱਕ ਉਹ ਉੱਥੇ ਆਕਾਸ਼ ਵਿੱਚ ਜਿਹੜੀ ਨਗਰੀ ਹੈ ਨਾ ਖੜੀ ਹੈ, ਕਿ ਉਹ ਬੱਦਲਾਂ ਦੇ ਝੁੰਡ ਦੇ ਨਾਲ ਸੂਰਜ ਨੇ ਕਿਰਨਾਂ ਪੈਂਦੀਆਂ, ਕੋਈ ਮੌਸਮ ਬਦਲਦਾ ਤੇ ਐਂ ਲੱਗਦਾ ਕਿ ਜਿਵੇਂ ਹਰਚੰਦੌਰ ਦੀ ਉਹ ਨਗਰੀ ਹੁੰਦੀ ਹੈ। ਐਵੇਂ ਸਾਧ ਸੰਗਤ ਦੀ ਦੂਸਰੀ ਉਦਾਹਰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ, ਗੰਧਰਵ ਦੀ ਨਗਰੀ ਵਾਂਗ, ਮ੍ਰਿਗ ਤ੍ਰਿਸ਼ਨਾ ਵਾਂਗ, ਤੇ ਦੁਰਮ ਛਾਇਆ ਰਚ ਦੁਰਮਤੇ ਹੈ। ਦੁਰਮ ਨਾਮ ਸਾਧ ਸੰਗਤ ਜੀ ਪੇੜ ਦਾ ਹੈ, ਦਰਖਤ ਦਾ ਹੈ। ਜਿਵੇਂ ਦਰਖਤ ਦੀ ਜਿਹੜੀ ਛਾਂ ਸਥਿਰ ਨਹੀਂ ਰਹਿੰਦੀ, ਸੂਰਜ ਪੂਰਬ ਵੱਲ ਹੁੰਦਾ ਤੇ ਛਾਂ ਦੂਸਰੇ ਪਾਸੇ ਚਲ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਦਿਨ ਵਿੱਚ ਬਦਲਦੀ ਰਹਿੰਦੀ ਹੈ। ਐਵੇਂ ਸਾਧ ਸੰਗਤ ਜੀ ਜਿਹੜਾ ਸੰਸਾਰ ਹੈ ਇਹ ਵੀ ਦੁਰਮਤ ਹੈ। ਕਹਿੰਦੇ ਝੂਠੀ ਰਚਨਾ ਜਿਹੜੀ ਹੈ ਨਾ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਕੀਤੀ, ਇਸ ਦੇ ਵਿੱਚ ਵੀ ਕੋਈ ਸਥਿਰ ਰਹਿਣ ਵਾਲਾ ਨਹੀਂ ਹੈ ਜੀ। ਤਤ ਹੈ ਕੁਟੰਬ ਮੋਹ ਮਿਥਿਆ, ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਤਤ ਹੈ ਇਸੇ ਤਰੀਕੇ ਦੇ ਨਾਲ ਹੀ ਜੀਵ ਇਹ ਜਿਹੜਾ ਕੁਟੰਬ ਪਰਿਵਾਰ ਹੈ ਇਸ ਦਾ ਮੋਹ ਸਾਰਾ ਮਿਥਿਆ ਝੂਠਾ ਹੈ। ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਕੇਵਲ ਸੱਚਾ ਕੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਦਾ ਸਾਧ ਸੰਗਤ ਜਿਹੜਾ ਰਾਮ ਰਮੇ ਹੋਏ ਵਾਹਿਗੁਰੂ ਦਾ ਨਾਮ ਜਪਣਾ ਕੇਵਲ ਇਹੋ ਸੱਚਾ ਹੈ। ਇੱਕ ਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਜਾ ਰਹੇ ਸਨ ਤੇ ਭਾਈ ਮਰਦਾਨਾ ਜੀ ਨੂੰ ਰਸਤੇ ਵਿੱਚ ਭੁੱਖ ਲੱਗ ਗਈ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਬੜੀ ਭੁੱਖ ਲੱਗੀ ਹੈ, ਕੁਝ ਛਕਣ ਲਈ ਚਾਹੀਦਾ ਹੈ, ਭੋਜਨ ਚਾਹੀਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕੋਈ ਨਾ ਮਰਦਾਨਿਆ, ਵਾਹਿਗੁਰੂ ਤੇ ਭਰੋਸਾ ਰੱਖ, ਆਪੇ ਭੋਜਨ ਦੇਵੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸਾਨ ਦੇ ਖੇਤ ਵਿੱਚ ਚਲੇ ਗਏ। ਉਹ ਕਿਸਾਨ ਦੀ ਸਾਧ ਸੰਗਤ ਜੀ ਘਰੋਂ ਕੋਈ ਬਾਲਕ ਰੋਟੀ ਲੈ ਕੇ ਆਇਆ ਤੇ ਚਲੋ ਕਿਸਾਨ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਸਾਧੂ ਫਕੀਰ ਜਾਣ ਕਰਕੇ ਪ੍ਰਸ਼ਾਦਾ ਛਕਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਤੇ ਬਚਨ ਕੀਤੇ ਕਿ ਬਜ਼ੁਰਗ ਜੀ
ਕੋਈ ਮੰਗ ਲਓ, ਕੋਈ ਤੁਹਾਡੀ ਕੋਈ ਇੱਛਾ ਹੋਵੇ ਪੂਰੀ ਕਰ ਦਈਏ। ਤੁਸੀਂ ਪੁੰਨ ਕੀਤਾ ਹੈ, ਸਾਨੂੰ ਪ੍ਰਸ਼ਾਦਾ ਛਕਾਇਆ ਹੈ, ਤੇ ਜਿਸ ਨੇ ਸਾਧ ਸੰਗਤ ਜੀ ਆਪਣਾ ਭਲਾ ਕੀਤਾ ਹੋਏ ਤੇ ਉਸ ਦਾ ਗੁਣ ਚੇਤੇ ਰੱਖਣਾ ਚਾਹੀਦਾ ਹਮੇਸ਼ਾ ਵਾਸਤੇ। ਉਹ ਸਾਧ ਸੰਗਤ ਜੀ ਬਜ਼ੁਰਗ ਕਹਿਣ ਲੱਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਬਜ਼ੁਰਗ ਜੀ ਤੁਹਾਨੂੰ ਮੁਕਤ ਕਰ ਦਈਏ। ਕਹਿੰਦੇ ਨਹੀਂ ਫਕੀਰੋ, ਸਾਨੂੰ ਮੁਕਤ ਕਰਨਾ ਹੈ ਤੇ ਨਹੀਂ, ਅਜੇ ਨਹੀਂ। ਜੇ ਮੈਂ ਮੁਕਤ ਹੋ ਗਿਆ, ਮੇਰਾ ਘਰ-ਬਾਰ ਹੈ, ਮੇਰੇ ਬਾਲ ਬੱਚੇ ਹੈ, ਮੈਂ ਇਹਨਾਂ ਦਾ ਕੰਮ ਕਰਦਾ ਹੈ, ਮੇਰੇ ਮਗਰੋਂ ਫਿਰ ਕੰਮ ਧੰਦਾ ਕੌਣ ਕਰੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਸ ਕੇ ਚਲੇ ਗਏ। ਕਹਿੰਦੇ ਚਲੋ ਕੋਈ ਨਹੀਂ, ਤੇਰਾ ਕਦੇ ਉਧਾਰ ਕਰਾਂਗੇ, ਚੇਤੇ ਰੱਖੀ, ਜਦੋਂ ਤੇਰੀ ਇੱਛਾ ਹੋਵੇ ਤੇਰੀ ਇੱਛਾ ਦੇ ਅਨੁਸਾਰ ਕਰਾਂਗੇ। ਉਹ ਸਾਧ ਸੰਗਤ ਜਿਹੜਾ ਬਜ਼ੁਰਗ ਉਸੇ ਸਾਲ ਚੜ੍ਹਾਈ ਕਰਕੇ ਫਿਰ ਉਹਨਾਂ ਦੇ ਘਰ ਦੇ ਵਿੱਚ ਹੀ ਬਲਦ ਬਣਿਆ। ਹੁਣ ਸਾਧ ਸੰਗਤ ਜੀ ਹੱਲ ਵਾਹੁੰਦਾ ਹੈ, ਖੇਤਾਂ ਵਿੱਚ ਮਿਹਨਤ ਕਰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 2-3 ਸਾਲ ਬਾਅਦ ਫਿਰ ਉੱਥੇ ਆਏ। ਘਰ ਦੇ ਵਿੱਚ ਵੇਖਿਆ ਉਹ ਬਲਦ ਨੂੰ, ਨੇੜੇ ਗਏ, ਪੁੱਛਿਆ ਕਿ ਹੁਣ ਤੇਰਾ ਉਧਾਰ ਕਰ ਦਈਏ। ਫਿਰ ਕਹਿਣ ਲੱਗਾ ਨਾ ਮਹਾਰਾਜ, ਮੈਂ 400 ਰੁਪਏ ਦਾ ਬੋਲ ਦਿਆਂ, ਜੇ ਮੈਂ ਮਰ ਗਿਆ, ਜੇ ਮੈਂ ਮੁਕਤ ਹੋ ਗਿਆ ਤੇ ਇਹਨਾਂ ਨੂੰ 400 ਰੁਪਈਆ ਮੇਰੇ ਮੁੰਡਿਆਂ ਨੂੰ ਖਰਚਣਾ ਪੈਣਾ, ਫਿਰ ਕਿੱਥੋਂ ਲਿਆਉਣਗੇ। ਨਹੀਂ, ਮੇਰੀ ਮੁਕਤੀ ਰਹਿਣ ਦੇ। ਗੁਰੂ ਸਾਹਿਬ ਫਿਰ ਚਲੇ ਗਏ ਸਾਧ ਸੰਗਤ ਜੀ। ਫਿਰ ਸਾਧ ਸੰਗਤ ਜੀ 2-3 ਸਾਲਾਂ ਬਾਅਦ ਆਏ। ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਨਗਰ ਵਿੱਚ ਆਏ, ਘਰੇ ਆਏ, ਤੇ ਫਿਰ ਸਾਧ ਸੰਗਤ ਜੀ ਇਹ ਜਿਹੜਾ ਬੋਲ ਸੀ ਉਹ ਮਰ ਕਰਕੇ ਫਿਰ ਉਹਨਾਂ ਦੇ ਘਰ ਦੇ ਵਿੱਚ ਹੀ ਸਾਧ ਸੰਗਤ ਜੀ ਸੱਪ ਦੀ ਜੂਨੇ ਪਿਆ, ਤੇ ਸੱਪ ਵਾਹਿਗੁਰੂ ਕੁੱਤਾ ਬਣਿਆ। ਫਿਰ ਦੁਬਾਰਾ ਬੋਲ ਤੋਂ ਬਾਅਦ ਵਿੱਚ ਕੁੱਤਾ ਬਣ ਕਰਕੇ ਹੁਣ ਘਰ ਦੀ ਰਾਖੀ ਕਰਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ ਕਿ ਹਾਂ ਹੁਣ ਤੇਰਾ ਉਧਾਰ ਕਰ ਦਈਏ। ਕਹਿੰਦਾ ਨਹੀਂ ਮਹਾਰਾਜ, ਮੇਰੇ ਸਾਰੇ ਜਿਹੜੇ ਪੋਤੇ ਆ ਘਰੋਂ ਕੰਮ ਧੰਦਾ ਕਰਕੇ ਥੱਕੇ ਆਉਂਦੇ, ਰਾਤ ਨੂੰ ਮੈਂ ਫਿਰ ਪਹਿਰਾ ਦੇਣਾ, ਰਾਖੀ ਕਰਦਾ ਹੈ, ਜੇ ਮੈਂ ਮੁਕਤ ਹੋ ਗਿਆ ਫਿਰ ਰਾਖੀ ਕੌਣ ਕਰੂ ਘਰ ਦੀ। ਫਿਰ ਗੁਰੂ ਪਾਸ਼ ਚਲ ਗਏ। ਫਿਰ ਜਦੋਂ ਦੁਬਾਰਾ ਆਏ ਤੇ ਫਿਰ ਸਾਧ ਸੰਗਤ ਸੱਪ ਬਣਿਆ। ਉਹ ਬੋਲ ਤੋਂ ਬਾਅਦ ਕੁੱਤਾ ਬਣਿਆ, ਕੁੱਤੇ ਤੋਂ ਬਾਅਦ ਸੱਪ ਬਣਿਆ। ਤੇ ਸਾਧ ਸੰਗਤ ਜੀ ਕੀ ਹੋਇਆ, ਇਸ ਦੀ ਜਿਹੜੀ ਨਹੁੰ ਸੀ ਨਾ, ਉਸਨੇ ਆਪਣੇ ਮੁੰਡੇ ਨੂੰ ਘਰ ਦੇ ਵਿੱਚ ਪੰਘੂੜੇ 'ਚ ਪਾਇਆ ਹੋਇਆ ਤੇ ਬਾਹਰ ਕੰਮ ਕਰਨ ਲੱਗ ਪਈ। ਹੁਣ ਸਾਧ ਸੰਗਤ ਜਿਹੜਾ ਸੱਪ ਸੀ ਹੈ ਤਾਂ ਉਹ ਬਜ਼ੁਰਗ ਦਾਦਾ ਸੀ ਇਹਨਾਂ ਦਾ। ਆਪਣੇ ਪੋਤਰੇ ਦਾ ਮੋਹ ਸਾਧ ਸੰਗਤ ਜਿਸ ਦੇ ਹਿਰਦੇ ਜਾਗਿਆ, ਤੇ ਜਿਹੜਾ ਸੱਪ ਸੀ ਉਸ ਦੇ ਆਪਣੇ ਪੋਤਰੇ ਦੇ ਨੇੜੇ ਦੁਆਲੇ ਘੁੰਮਣ ਲੱਗ ਪਿਆ। ਨਹੁੰ ਨੂੰ ਲੱਗਾ ਮੇਰੇ ਪੁੱਤਰ ਨੂੰ ਮਾਰਨਾ ਆ, ਤੇ ਸਾਧ ਸੰਗਤ ਛੇਤੀ ਦੇ ਨਾਲ ਉਹਨੂੰ ਡਾਂਗਾ ਸੋਟੇ ਫੜੇ ਤੇ ਸੱਪ ਨੂੰ ਮਾਰ ਦਿੱਤਾ। ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਘਰ ਵਿੱਚ ਆਏ। ਤੇ ਫਿਰ ਸਾਧ ਸੰਗਤ ਜੀ ਆਰ ਕਿ ਉਹ ਗੰਦਗੀ ਦਾ ਕੀੜਾ ਬਣਿਆ। ਭਾਈ ਮਰਦਾਨੇ ਨੂੰ ਕਹਿ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਆਪਣੇ ਗੜਵੇ ਦੇ ਜਲ ਦੇ ਨਾਲ ਉਸ ਨੂੰ ਧੋਤਾ, ਕੀੜੇ ਨੂੰ ਸਾਫ਼ ਕੀਤਾ, ਤੇ ਫਿਰ ਪੁੱਛਿਆ ਕਿ ਹਾਂ ਭਾਈ ਹੁਣ ਤੈਨੂੰ ਮੁਕਤ ਕਰ ਦਈਏ। ਤੇ ਉਸ ਵੇਲੇ ਸਾਧ ਸੰਗਤ ਜੀ ਆਤਮਾ ਪ੍ਰਗਟ ਹੋਈ ਤੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਮਾਫ ਕਰ ਦਿਓ ਮਹਾਰਾਜ, ਮੈਂ ਆਪਣੇ ਪਰਿਵਾਰ ਦੇ ਨਾਲ ਇੰਨਾ ਮੋਹ ਕੀਤਾ, ਕਿਰਪਾ ਕਰੋ ਮਹਾਰਾਜ ਮੇਰਾ ਹੁਣ ਉਧਾਰ ਕਰ ਦੇਵੋ। ਤਾਂ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਦਿਸ਼ਾ ਅਨੁਸਾਰ ਦਾ ਸਾਧ ਸੰਗਤ ਜੀ ਉਧਾਰ ਕੀਤਾ। ਇਸ ਕਰਕੇ ਬਚਨ ਆਇਆ ਤਤਹ ਕੁਟੰਬ ਮੋਹ ਮਿਥਿਆ। ਆਪਣੇ ਪਰਿਵਾਰ ਦਾ ਜਿਹੜਾ ਮੋਹ ਕਰਨਾ ਭਾਈ ਇਹ ਬਿਲਕੁਲ ਝੂਠਾ ਹੈ, ਕਿਸੇ ਤਰੀਕੇ ਦੇ ਨਾਲ ਕੋਈ ਭਾਈ ਇਸ ਦਾ ਫਾਇਦਾ ਨਹੀਂ। ਸਿਰਫ ਪਰਮੇਸ਼ਰ ਦਾ ਜਿਹੜਾ ਨਾਮ ਸਿਮਰਨ ਕਰਨਾ ਹੈ ਉਹ ਸੱਚਾ ਹੈ ਜੀ। ਨਚ ਵਿਦਿਆ ਨਿਧਾਨ ਨਿਗਮੰ, ਨਚ ਗੁਨਗ ਨਾਮ ਕੀਰਤਨ ਹੈ। ਹਮੇਸ਼ਾ ਇਹ ਬੇਨਤੀਆਂ ਕਰੇ ਕਿ ਮਹਾਰਾਜ ਨਚ ਵਿਦਿਆ ਨਿਧਾਨ ਨਿਗਮੰ, ਮੇਰੇ ਵਿੱਚ ਮਹਾਰਾਜ ਕੁਝ ਵੀ ਵਿਦਿਆ ਨਹੀਂ ਹੈ, ਮੇਰੇ ਵਿੱਚ ਬਹੁਤਾ ਨਿਗਮੰ ਨਾਮ ਸਾਧ ਸੰਗਤ ਜੀ ਵੇਦਾਂ ਦਾ ਗਿਆਨ ਇਕੱਠਾ ਹੋਣ ਦਾ। ਮਹਾਰਾਜ ਮੇਰੇ ਕੋਲ ਕੋਈ ਵੀ ਸਾਧ ਸੰਗਤ ਜਿਹੋ ਜਿਹਾ ਵੇਦਾਂ ਦਾ ਗਿਆਨ ਵੀ ਨਹੀਂ ਹੈ, ਨਾ ਹੀ ਮੇਰੇ ਵਿੱਚ ਮਹਾਰਾਜ ਕੋਈ ਗੁਣ ਹੈ, ਮੈਂ ਨਾ ਹੀ ਤੁਹਾਡਾ ਕੋਈ ਪਰਮੇਸ਼ਰ ਦਾ ਨਾਮ ਹੀ ਜਪਦਾ ਹਾਂ। ਨਚ ਰਾਗ ਰਤਨ ਕੰਠੰ, ਨਹਿ ਚੰਚਲ ਚਤੁਰ ਚਾਤੁਰ ਹੈ। ਨਾ ਹੀ ਮਹਾਰਾਜ ਮੇਰੇ ਕੋਲ ਰਾਗਾਂ ਰੂਪੀ ਜਿਹੜੇ ਰਤਨ ਹਨ ਜਾਂ ਰਾਗ ਰਾਗਣੀਆਂ ਨੂੰ ਗਾਉਣ ਵਾਲਾ ਜਿਹੜਾ ਮੇਰੇ ਕੋਲ ਸੁੰਦਰ ਗਲਾ ਹੀ ਹੈ ਕਿ ਜਿਸ ਦੁਆਰਾ ਮੈਂ ਸੋਹਣੇ ਰਾਗਾਂ ਨੂੰ ਗਾ ਕਰਕੇ ਤੁਹਾਨੂੰ ਪ੍ਰਸੰਨ ਕਰਾਂ। ਨਾ ਮਹਾਰਾਜ ਮੈਂ ਆਪਣੇ ਵਿਹਾਰਾਂ ਵਿੱਚ ਚੰਚਲਾ, ਨਾ ਮੈਂ ਆਪਣੇ ਮਹਾਰਾਜ ਸ਼ਾਸਤਰ ਪਣਾ ਪ੍ਰਮਾਣ ਵਿੱਚ ਬੜਾ ਸਿਆਣਾ ਹਾਂ, ਨਾ ਮੇਰੇ ਕੋਲ ਪਰਮਾਰਥ ਦਾ ਹੀ ਗਿਆਨ ਹੈ। ਭਾਗ ਉਦਮ ਲਬਦੰ ਮਾਇਆ, ਨਾਨਕ ਸਾਧ ਸੰਗ ਖਲ ਪੰਡਤ ਹੈ। ਮਹਾਰਾਜ ਜੀ ਤਾਂ ਆਪ ਜੀ ਦੀ ਕਿਰਪਾ ਹੋਵੇ, ਭਾਗ ਉਹਦੇ ਹੋਣ ਤਾਂ ਜਿਹੜੀ ਭਗਤੀ ਰੂਪ ਮਾਇਆ ਹੈ ਨਾ ਉਹ ਲੱਭ ਪੈਂਦੀ ਹੈ। ਤੁਹਾਡੀ ਕਿਰਪਾ ਸਦਕਾ ਹੀ ਜਿਹੜਾ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇੱਕ ਜਿਹੜਾ ਸਾਧ ਸੰਗਤ ਜੀ ਖਾਲਮ ਬੰਦਾ ਹੈ, ਮੂਰਖ ਬੰਦਾ ਹੈ, ਉਸ ਨੂੰ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਪੰਡਿਤ ਬਣਾ ਸਕਦੇ ਹਨ, ਗਿਆਨੀ ਬਣਾ ਸਕਦੇ ਹਨ। ਜਿਵੇਂ ਸਾਧ ਸੰਗਤ ਛੱਜੂ ਝੀਵਰ ਵਰਗੇ ਨੂੰ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਰਪਾ ਕਰਕੇ ਸਾਧ ਸੰਗਤ ਜੀ ਗੀਤਾ ਦੇ ਅਰਥ ਵੀ ਕਰਵਾ ਦੇਣਾ ਕੀਤੇ, ਜਿਸ ਨੂੰ ਕੋਈ ਸਾਧ ਸੰਗਤ ਸੁਣਦਾ ਨਹੀਂ ਹੈ, ਜਿਸ ਦੀ ਜ਼ੁਬਾਨ ਰਸਨਾ ਕੰਮ ਨਹੀਂ ਕਰਦੀ, ਬੋਲਦਾ ਵੀ ਨਹੀਂ ਹੈ,
ਪਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਣੇ ਕਰਕੇ ਸਾਧ ਸੰਗਤ ਜੀ ਗੀਤਾ ਦੇ ਅਰਥ ਕਰਕੇ ਸੁਣਾ ਦੇਣੇ, ਸਾਰਿਆਂ ਨੂੰ ਹੈਰਾਨ ਕਰ ਦੇਣਾ, ਇਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੀ ਹੈ। ਤੇ ਅੰਤਰੀ ਭਾਵ ਅੰਦਰ ਕਰ ਲਈਏ ਕਿ ਨਾ ਪਰਮੇਸ਼ਰ ਨਚ ਵਿਦਿਆ ਨਿਦਾਨ ਨਿਗਮੰ, ਨਾ ਹੀ ਵਾਹਿਗੁਰੂ ਵੇਦਾਂ ਦੇ ਖਜ਼ਾਨੇ ਨਾਲ ਮਿਲਦਾ ਹੈ ਕਿ ਵੇਦਾਂ ਦਾ ਗਿਆਨ ਇਕੱਠਾ ਹੋਣ ਦੇ ਨਾਲ ਨਹੀਂ ਰੱਬ ਮਿਲਦਾ। ਨਾ ਸਾਧ ਸੰਗਤ ਜਿਹੜੇ ਸੰਸਾਰ ਤੇ ਬੜੀ ਵਡਿਆਈ ਕਰਾਉਂਦੇ ਨੇ ਆਪਣੇ ਆਪ ਦੀ, ਬੜਾ ਜਸ ਹੁੰਦਾ ਸੰਸਾਰ ਦੇ ਜਿਨ੍ਹਾਂ ਦਾ, ਕਹਿੰਦੇ ਨਾ ਇਸ ਤਰੀਕੇ ਦੇ ਨਾਲ ਰੱਬ ਮਿਲਦਾ ਹੈ। ਨਾ ਸੋਹਣੇ ਗਲੇ ਦੇ ਨਾਲ ਹੀ ਰੱਬ ਮਿਲਦਾ ਹੈ ਕਿ ਸੋਹਣੀ ਸਾਧ ਸੰਗਤ ਜੀ ਆਵਾਜ਼ਾਂ ਕੱਢਣ ਦੇ ਨਾਲ, ਸੋਹਣੇ ਰਾਗ ਗਾਉਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨਾ ਚਿਰ ਤੱਕ ਪ੍ਰੇਮ ਨਹੀਂ ਹਿਰਦੇ ਵਿੱਚ। ਕਿਉਂਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਬਾਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ। ਜਿਨ੍ਹਾਂ ਦੇ ਹਿਰਦੇ ਵਿੱਚ ਛਲ ਹੈ, ਕਪਟ ਹੈ, ਉਹਨਾਂ ਦੇ ਗਾਏ ਹੋਏ ਰਾਗਾਂ ਦਾ ਵੀ ਸਾਧ ਸੰਗਤ ਨੂੰ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੱਕ ਪਰਮੇਸ਼ਰ ਦੇ ਨਾਲ ਪ੍ਰੇਮ ਹੀ ਨਹੀਂ ਹੈ। ਨਾ ਸਾਧ ਸੰਗਤ ਜੀ ਪਰਮੇਸ਼ਰ ਬਹੁਤੀਆਂ ਸਿਆਣਪਾਂ ਦੇ ਨਾਲ ਮਿਲਦਾ ਹੈ, ਚੰਚਲ ਚਤਰਾਈਆਂ ਦੇ ਨਾਲ। ਉਹ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਜੀ ਭੋਲੇ ਪਾਏ ਮਿਲੇ ਰਘੁਰਾਇਆ, ਭੋਲੇ ਸੁਭਾਅ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਇੱਕ ਖਲ ਬੰਦਾ ਮੂਰਖ ਵੀ ਹੈ ਉਹ ਵੀ ਗਿਆਨੀ ਬਣ ਜਾਂਦਾ ਹੈ। ਇਹ ਅੰਤਰੀ ਭਾਵ ਅੰਦਰ ਦੂਸਰੇ ਅਰਥਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਸਾਰੇ ਕਲਯੁਗੀ ਜੀਵਾਂ ਦੇ ਤਾਈਂ ਪਾਵਨ ਪਵਿੱਤਰ ਉਪਦੇਸ਼ ਸਮਝਾਉਂਦੇ ਹਨ। ਸੋ ਇੱਥੇ ਸਾਧ ਸੰਗਤ ਜੀ 31 ਸ਼ਲੋਕਾਂ ਦੀ ਸਮਾਪਤੀ ਹੋਈ। ਆਪ ਜੀ ਨੇ 11 ਸ਼ਲੋਕਾਂ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਕਥਾ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਕੀ ਖਾਲਸਾ ਸਾਧ ਸੰਗਤ ਜੀ ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ। ਇੱਥੇ ਹੀ ਹੁਣ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ, ਭਾਗ ਉਦਮ ਲਬਦਿਅੰ ਮਾਇਆ, ਨਾਨਕ ਸਾਧ ਸੰਗ ਖਲ ਪੰਡਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ।